ਗੁਰ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਗੁਰ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੁ ਧਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਤਰੁ ਧਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਵਿਨਾਸ਼ਨ ਸੋਇ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਵਿਨਾਸ਼ਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਅਰਜਨ ਸਭ ਜਨ ਕਾ ਬੂਝਿਓ ਦਿਜ ਤਾਈ। ਕਿਉ ਨਹਿ ਪੀਵਤ ਦਧੀ ਕੋ, ਬਾਲਕ ਰੁਧ ਨਾਈ। ਸ੍ਰੀ ਅਰਜਨ ਸਭ ਜਨ ਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ, ਤਖਤ ਜੀ ਦੇ ਮਾਲਕ। ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰੂ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਬਿਰਾਜਮਾਨ ਹਨ। ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਦੂਰ ਦੁਰਾੜਿਓਂ ਚੱਲ ਕੇ ਆਉਂਦੀਆਂ ਨੇ, ਕੀਮਤੀ ਭੇਟਾਵਾਂ ਅਰਪਣ ਕਰਦੀਆਂ ਹਨ। ਜੋ ਮਨ ਦੀ ਭਾਵਨਾ ਹੈ ਸਤਿਗੁਰੂ ਜੀ ਦੇ ਦਰਸ਼ਨ ਕੀਤਿਆਂ, ਮਹਾਰਾਜ ਜੀ ਦੇ ਪਾਵਨ ਦੀਦਾਰ ਕੀਤਿਆਂ, ਉਹ ਭਾਵਨਾਵਾਂ ਪੂਰੀਆਂ ਹੁੰਦੀਆਂ ਨੇ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਵੱਡੇ ਤੋਂ ਵੱਡੇ ਦੁੱਖ ਭਾਵਨਾ ਸਹਿਤ ਗੁਰੂ ਕੇ ਦਰਸ਼ਨ ਕਰਨ ਦੇ ਨਾਲ, ਗੁਰੂ ਸਾਹਿਬ ਦੇ ਉਪਦੇਸ਼ ਨੂੰ ਸਰਵਣ ਕਰਨ ਦੇ ਨਾਲ, ਉਪਦੇਸ਼ ਦੇ ਧਾਰਨੀ ਹੋਣ ਦੇ ਨਾਲ ਕੱਟੇ ਜਾਂਦੇ ਨੇ। ਧੰਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬਾਲ ਅਵਸਥਾ ਵਿੱਚ ਹਨ। ਮਾਤ ਗੰਗਾ ਜੀ ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੀ ਪਾਲਣਾ ਕਰਦੇ ਨੇ। ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਨੇ ਅਤੇ ਬਾਲ ਸ੍ਰੀ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਸਿੱਖ ਸੰਗਤਾਂ ਬੜੀਆਂ ਪ੍ਰਸੰਨ ਹੁੰਦੀਆਂ ਨੇ। ਸੇਵਕ
ਦਾਸੀਆਂ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਲੱਗਦੀਆਂ ਨੇ। ਦੂਸਰੀ ਤਰਫ ਸਤਿਗੁਰੂ ਜੀ ਦਾ ਵੱਡਾ ਭਰਾ ਬਾਬਾ ਪ੍ਰਿਥੀ ਚੰਦ, ਜਿਹੜਾ ਆਪਣੀ ਘਰ ਵਾਲੀ ਕਰਮੋਂ ਦੇ ਨਾਲ ਸਲਾਹ ਕਰਦਾ ਸੀ, ਹਰ ਵਕਤ ਕਿਸੇ ਨਾ ਕਿਸੇ ਤਰੀਕੇ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਖਤਮ ਕਰਕੇ ਇਹ ਗੁਰਤਾ ਸਾਡੇ ਹਿੱਸੇ ਆਵੇ, ਸਾਡੀ ਬੰਸ ਵਿੱਚ ਆ ਜਾਵੇ ਤੇ ਸਾਰੀਆਂ ਭੇਟਾਵਾਂ ਸਾਡੇ ਕੋਲ ਆਉਣ, ਅਸੀਂ ਸੰਸਾਰ ਦੇ ਪੂਜਨੀਕ ਹੋਵਾਂਗੇ। ਇੱਕ ਸਤਿਗੁਰੂ ਜੀ ਦਾ ਖਿਡਾਵਾ ਉਹਨੂੰ ਆਪਣੇ ਪਾਸ ਬੁਲਾਇਆ, ਲਾਲਚ ਦੇ ਕੇ ਧਨ ਦਾ, ਕਹਿਣ ਲੱਗਾ ਤੂੰ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਰੋਜ਼ ਖਿਡਾਉਣਾ ਹੈ ਤੇ ਇਹ ਕੰਮ ਤੇਰੇ ਤੋਂ ਸੌਖਾ ਹੋ ਸਕਦਾ ਹੈ। ਮੇਰੇ ਕੋਲੋਂ ਕੁਝ ਧਨ ਹੁਣ ਲੈ ਜਾ, ਕੰਮ ਹੋਣ ਤੋਂ ਬਾਅਦ ਸਾਰੀ ਉਮਰ ਦਾ ਧਨ ਤੈਨੂੰ ਮੈਂ ਦੇਵਾਂਗਾ। ਸੁਣ ਕੇ ਬੜਾ ਖੁਸ਼ ਹੋਇਆ, ਲੋਭ ਵਾਲੀ ਬਿਰਤੀ ਧਾਰਨ ਕੀਤੀ ਹੈ। 500 ਰੁਪਈਆ ਜਿਹੜਾ ਸੀ ਉਹ ਪ੍ਰਿਥੀ ਚੰਦ ਨੇ ਇਸ ਦੁਸ਼ਟ ਨੂੰ ਖਿਡਾਵੇ ਨੂੰ ਦਿੱਤਾ ਹੈ। ਇਹ ਉਹ 500 ਰੁਪਈਆ ਲੈ ਕੇ ਰਾਤ ਦੇ ਸਮੇਂ ਸਤਿਗੁਰਾਂ ਦੇ ਗ੍ਰਹਿ ਪਹੁੰਚ ਗਿਆ। ਆਪਣੀ ਪੱਗ ਦੇ ਵਿੱਚ ਇਸ ਨੇ ਜਿਹੜਾ ਜ਼ਹਿਰ ਸੀ ਉਹ ਰੱਖ ਲਿਆ ਅਤੇ ਰਾਤ ਦੇ ਸਮੇਂ ਉਹ ਜ਼ਹਿਰ ਪੀਸ ਕੇ ਫਿਰ ਉਹਨੂੰ ਉਸੇ ਤਰ੍ਹਾਂ ਸੰਭਾਲ ਲਿਆ। ਦਿਨ ਚੜ੍ਹਿਆ, ਸ਼੍ਰੀ ਹਰਗੋਬਿੰਦ ਸਾਹਿਬ ਜੀ ਵਾਸਤੇ ਜਿਹੜੀ ਦਾਸੀ ਸੀ ਉਹ ਦਹੀਂ ਲੈ ਕੇ ਆਈ ਤੇ ਇਹਨੇ ਉਹ ਦਹੀਂ ਆਪਣੇ ਹੱਥ 'ਚ ਲਿਆ, ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਗੋਦ ਵਿੱਚ ਲੈ ਕੇ ਚੁਬਾਰੇ 'ਤੇ ਚਲਾ ਗਿਆ। ਆਪਣੀ ਉਹ ਜ਼ਹਿਰ ਵਾਲੀ ਪੋੜੀ ਕੱਢੀ ਦਹੀਂ ਦੇ ਵਿੱਚ ਮਿਲਾ ਕੇ ਤੇ ਹੁਣ ਸਤਿਗੁਰਾਂ ਨੂੰ ਦੇਣ ਲੱਗਾ। ਸੋਚਦਾ ਸੀ ਸਰੀਰ ਛੋਟਾ ਹੈ, ਉਮਰ ਛੋਟੀ ਹੈ, ਇਹਨਾਂ ਨੂੰ ਜ਼ਹਿਰ ਦੇ ਕੇ ਖਤਮ ਕਰਾਂਗਾ ਤੇ ਪ੍ਰਿਥੀ ਚੰਦ ਪਾਸੋਂ ਇਨਾਮ ਪਾਵਾਂਗਾ। ਪਰ ਜੋਤ ਮਹਾਨ ਹੈ, ਜਿਹੜੀਆਂ ਜ਼ਿੰਮੇਵਾਰੀਆਂ ਸੇਵਾਵਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀਆਂ ਹਿੱਸੇ ਆਉਣੀਆਂ ਨੇ, ਉਹ ਦਾਤ ਜੋਤ ਖਸਮੈ ਵਡਿਆਈ, ਜਿਹੜੀ ਮਾਲਕ ਦੇ ਦਰ ਤੋਂ ਵਡਿਆਈ ਮਿਲਣੀ। ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਨੇ, ਭਾਰੀ ਗੁਰੂ ਹੋਵੇਗਾ ਸੋ ਉਹ ਬਖਸ਼ਿਸ਼ਾਂ ਜਿਹੜੀਆਂ ਸੀ ਆਉਣ ਵਾਲੇ ਸਮੇਂ 'ਚ ਪ੍ਰਗਟ ਹੋਣੀਆਂ ਨੇ। ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਮੂੰਹ ਫੇਰ ਲਿਆ, ਦਹੀਂ ਖਾਧਾ ਨਾ। ਬੜਾ ਇਸ ਦੁਸ਼ਟ ਨੇ ਯਤਨ ਕੀਤਾ। ਸਤਿਗੁਰਾਂ ਦੇ ਮਹਾਰਾਜ ਬਾਲ ਅਵਸਥਾ ਵਿੱਚ ਨੇ ਨਾ, ਤੇ ਮਹਾਰਾਜ ਦੇ ਦੋਵੇਂ ਹੱਥ ਆਪਣੇ ਹੱਥ 'ਚ ਲੈ ਕੇ ਦੂਜੇ ਹੱਥ ਨਾਲ ਜਬਰੀ ਜਿਹੜਾ ਜ਼ਹਿਰ ਵਾਲਾ ਵਿਉ ਵਾਲਾ ਦਹੀਂ ਸੀ ਖਵਾਵੇ ਤੇ ਫਿਰ ਸਤਿਗੁਰੂ ਜੀ ਮੂੰਹ ਫੇਰ ਲੈਣ। ਇਹਨੇ ਡਰਾਵਾ ਵੀ ਦਿੱਤਾ, ਅੱਖਾਂ ਵੀ ਕੱਢੀਆਂ, ਫਿਰ ਕਹਿੰਦਾ ਹੈ ਕਿ ਖਾ ਨਹੀਂ ਤੇ ਬਾਊ ਆ ਜਾਵੇਗਾ। ਜਿਸ ਤਰ੍ਹਾਂ ਬੱਚੇ ਨੂੰ ਡਰਾਉਂਦੇ ਨੇ, ਹਊਆ ਆਵੇਗਾ। ਪਰ ਸ਼੍ਰੀ ਹਰਗੋਬਿੰਦ ਸਾਹਿਬ ਅੰਤਰਜਾਮੀ ਸਤਿਗੁਰੂ ਬਾਲ ਅਵਸਥਾ ਵਿੱਚ ਨੇ, ਪਰ ਸਤਿਗੁਰੂ ਜੀ ਦੇ ਚੋਜ ਬਾਲ ਅਵਸਥਾ ਵਿੱਚ ਵੀ ਮਹਾਨ ਹਨ। ਸੋ ਸਤਿਗੁਰਾਂ ਦੀ ਆਵਾਜ਼ ਸੁਣ ਕੇ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੇਵਕ ਭੇਜਿਆ। ਉਹ ਸੇਵਕ ਨੇ ਆ ਕੇ ਜਦੋਂ ਇਸ ਵੱਲ ਦੇਖਿਆ, ਹੱਥ ਵਿੱਚ ਦਹੀਂ ਹੈ ਤੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਮੂੰਹ ਫੇਰ ਰਹੇ ਨੇ, ਖਾ ਨਹੀਂ ਰਹੇ। ਮਹਾਰਾਜ ਨੂੰ ਆ ਕੇ ਸੁਨੇਹਾ ਦਿੱਤਾ। ਸਤਿਗੁਰੂ ਜੀ ਨੇ ਆਪਣੇ ਪਾਸ ਬੁਲਾ ਲਿਆ ਤੇ ਅੱਗੋਂ ਇਹ ਜਿਹੜਾ ਦੁਸ਼ਟ ਸੀ ਕਹਿਣ ਲੱਗਾ ਕਿ ਮੈਂ ਤਾਂ ਬਾਲ ਨੂੰ ਦਹੀਂ ਖਵਾ ਰਿਹਾ ਪਰ ਖਾ ਨਹੀਂ ਰਹੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਹੱਥ ਵਿੱਚ ਉਹ ਕਟੋਰਾ ਲਿਆ, ਆਪਣੇ ਸਾਹਮਣੇ ਪੁੱਤਰ ਨੂੰ ਬਿਠਾ ਕੇ ਜਦੋਂ ਮੁੱਖ ਦੇ ਲਾਗੇ ਕੀਤਾ ਤੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਮੂੰਹ ਫੇਰ ਦਿੱਤਾ, ਨੀਵੀਂ ਪਾ ਲਈ ਪਿਤਾ ਜੀ ਦੇ ਅੱਗੇ। ਸੋ ਉਸ ਵੇਲੇ ਸਤਿਗੁਰਾਂ ਨੇ, ਮਹਾਰਾਜ ਤੰਤਰ ਜਾਮੀ ਹਨ, ਜਿਹੜਾ ਗੁਰਦੇਵ ਦੇ ਕੋਲ ਕੂਕਰ ਸੀ, ਜਿਸ ਤਰ੍ਹਾਂ ਇਸ ਦੁਸ਼ਟ ਦਾ ਉਹ ਪਾਪ ਸਾਹਮਣੇ ਆਉਂਦਾ ਹੈ, ਕੂਕਰ ਰਾਹੀਂ ਇਹ ਵਿਚਾਰ ਅੱਗੇ ਆ ਰਹੀ ਹੈ, ਇਹਦਾ ਪਾਪ ਉੱਗਰ ਕੇ ਸਾਹਮਣੇ ਆਵੇਗਾ। ਬਾਅਦ ਵਿੱਚ ਇਹ ਦੱਸੇਗਾ ਕਿ ਮੈਂ ਜ਼ਹਿਰ ਕਿਉਂ ਦੇਣ ਆਇਆ ਸੀ, ਕਿਹਦਾ ਭੇਜਿਆ ਹਾਂ। ਇਹ ਵਿਚਾਰ ਅੱਗੇ ਆ ਰਹੀ ਆ, ਉਹ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ। ਕਰੋ ਕਿਰਪਾ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਅਰਜਨ ਸਭ ਜਾਨ ਕਾ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਤੱਖ ਹਰ ਸਤਿਗੁਰੂ ਮਹਾਰਾਜ ਅੰਤਰਜਾਮੀ ਹਨ, ਸਭ ਕੁਝ ਜਾਣ ਕੇ ਬੂਝਿਓ ਦਿਜ ਤਾਈ। ਸਤਿਗੁਰੂ ਜੀ ਇਸ ਦੁਸ਼ਟ ਬ੍ਰਾਹਮਣ ਦੇ ਤਾਈ ਜਿਹੜਾ ਖਡਾਵਾ ਸੀ
ਬਾਲ ਸਤਿਗੁਰਾਂ ਦਾ ਇਹਨੂੰ ਪੁੱਛਣ ਲੱਗੇ। ਜੋ ਨਹਿ ਪੀਵਤ ਦਦੀ ਕੋ। ਗੁਰਦੇਵ ਕਹਿੰਦੇ ਹਨ ਕਿ ਬਾਲ ਜੀ ਹਰਗੋਬਿੰਦ ਸਾਹਿਬ ਦਹੀਂ ਕਿਉਂ ਨਹੀਂ ਪੀ ਰਹੇ? ਬਾਲਕ ਰੁਦਨਾਈ। ਨਾਲੇ ਉੱਚੀ ਉੱਚੀ ਰੋ ਰਹੇ ਹਨ, ਕੀ ਕਾਰਨ ਹੈ? ਵਿਪਰ ਭਣਿਓ ਨਿਜ ਨਿਤ ਪੀਤ ਜੇਮਾ। ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਗੱਲ ਤੇ ਅੱਗੋਂ ਇਹ ਜਿਹੜਾ ਦੁਸ਼ਟ ਖਿਡਾਵਾ ਸੀ ਕਹਿਣ ਲੱਗਾ, ਵਿਪਰ ਭਣਿਓ ਨਿਤ ਪੀਤ ਜੇਮਾ ਤਿਨ ਮ ਆਜ ਪਿਲਾਵੋ। ਕਹਿਣ ਲੱਗਾ ਜਿਸ ਤਰ੍ਹਾਂ ਪਹਿਲਾਂ ਮੈਂ ਇਹਨਾਂ ਨੂੰ ਦਹੀਂ ਪਿਆਉਂਦਾ ਸੀ, ਦਹੀਂ ਖਵਾਉਂਦਾ ਸੀ, ਅੱਜ ਵੀ ਇਸੇ ਤਰ੍ਹਾਂ ਖਵਾ ਰਿਹਾ ਹਾਂ। ਕਰਤ ਹਟਾਵਨ ਹਾਥ ਤੇ। ਪਰ ਤੁਹਾਡਾ ਬਾਲ ਹਰਗੋਬਿੰਦ ਸਾਹਿਬ ਮੈਨੂੰ ਬਾਰ-ਬਾਰ ਆਪਣੇ ਹੱਥ ਦੇ ਨਾਲ ਹਟਾ ਰਹੇ ਹਨ। ਜਬ ਮੁਖ ਟਿਕ ਲਿਆਵੋ। ਤੇ ਜਦੋਂ ਮੈਂ ਮੂੰਹ ਦੇ ਪਾਸ ਇਹ ਕਟੋਰਾ ਦਹੀਂ ਦਾ ਲਿਆਉਣਾ ਹਾਂ ਤੇ ਉਸ ਵੇਲੇ ਇਹ ਮੂੰਹ ਆਪਣਾ ਪਰੇ ਕਰ ਲੈਂਦੇ ਹਨ। ਮੁਖ ਫੇਰਤ ਨਹਿ ਸਮੁਖ ਹੋਆ। ਤੇ ਇਹਨਾਂ ਦੇ ਸਾਹਮਣੇ ਮੈਂ ਦਹੀਂ ਕਰਦਾ, ਪਰ ਸਾਹਮਣੇ ਆਪਣੇ ਮੂੰਹ ਦੇ ਇਹ ਦਹੀਂ ਨਹੀਂ ਲਾਉਂਦੇ। ਮੈਂ ਕਹਿ ਡਰ ਪਾਇਓ। ਤੇ ਮੈਂ ਇਸ ਕਰਕੇ ਇਹਨਾਂ ਨੂੰ ਥੋੜਾ ਤਾੜਿਆ, ਥੋੜਾ ਡਰ ਦਿੱਤਾ ਹੈ। ਰੁਦਨ ਪੁਰਖ ਪੁਕਾਰ ਅਚਾਨਕ। ਤੇ ਜਦੋਂ ਮੈਂ ਇਹਨਾਂ ਨੂੰ ਡਰਾਵਾ ਦਿੱਤਾ ਤੇ ਉੱਚੀ ਉੱਚੀ ਫਿਰ ਪੁਕਾਰ ਕਰਨ ਲੱਗੇ, ਕਿਉਂਕਿ ਸ਼੍ਰੀ ਹਰਗੋਬਿੰਦ ਸਾਹਿਬ ਬਾਲ ਅਵਸਥਾ ਵਿੱਚ ਨੇ। ਮਹਾਰਾਜ ਜਾਣ ਗਏ ਕਿ ਦੁਸ਼ਟ ਪਾਪੀ ਕੀ ਕਰਨ ਆਇਆ ਹੈ, ਕਿਹੜਾ ਕੁਕਰਮ ਕਰਨ ਆਇਆ ਹੈ। ਤੇ ਸਤਿਗੁਰੂ ਜੀ ਆਏ ਹੀ ਇਹਨਾਂ ਦੁਸ਼ਟਾਂ ਦਾ, ਪਾਪੀਆਂ ਦਾ ਪਾਪ ਪ੍ਰਗਟ ਕਰਨ ਵਾਸਤੇ ਅਤੇ ਸੰਤਾਂ ਦੇ ਉਧਾਰ ਵਾਸਤੇ ਆਏ ਹਨ। ਸੋ ਉਸ ਵੇਲੇ ਇਹ ਕਹਿੰਦਾ ਹੈ ਕਿ ਮੈਂ ਯਤਨ ਕਰ ਰਿਹਾ ਇਹਨਾਂ ਨੂੰ ਇਹ ਦਹੀਂ ਖਵਾਉਣ ਦਾ, ਪਰ ਜਿਸ ਤਰ੍ਹਾਂ ਹਰ ਰੋਜ਼ ਖਾਂਦੇ ਸੀ ਅੱਜ ਨਹੀਂ ਖਾ ਰਹੇ। ਕਿਮ ਨਹੀਂ ਲਖਾਇਓ। ਤੇ ਮੈਨੂੰ ਤਾਂ ਹੋਰ ਕੋਈ ਕਾਰਨ ਸਮਝ ਵਿੱਚ ਨਹੀਂ ਆਉਂਦਾ। ਭਣਿਓ ਗੁਰੂ ਨੇ ਸੁਨ ਸਕਲ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਰੀ ਗੱਲ ਸੁਣ ਕੇ ਕਿਹਾ, ਅਬ ਨਿਕਟ ਹਮਾਰੀ। ਮਹਾਰਾਜ ਕਹਿੰਦੇ ਹੁਣ ਸਾਡੇ ਕੋਲ ਇਹ ਬਾਲਕ ਹੈ, ਦਦੀ ਪਿਲਾਵੋ ਸਹਿਜ ਸੋ। ਅਸੀਂ ਆਪਣੇ ਹੱਥਾਂ ਦੇ ਨਾਲ ਇਸ ਨੂੰ ਏਦਾਂ ਹੀ ਖਵਾਉਂਦੇ ਹਾਂ। ਹੋਏ ਸਿਸੇ ਅਨੁਸਾਰੀ। ਤੇ ਜਿਸ ਤਰ੍ਹਾਂ ਇਹ ਬਾਲਕ ਖਾਵੇਗਾ ਉਸ ਤਰ੍ਹਾਂ ਦੇਖਦੇ ਹਾਂ। ਜਿਵੇਂ ਸ੍ਰੀ ਗੁਰ ਕੇ ਬਾਕ ਸੋਨਾ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਸੁਣ ਕੇ ਦੇ ਜਿਉਰ ਹਰ ਖਾਇਓ। ਇਹ ਜਿਹੜਾ ਪੰਡਤ ਸੀ, ਬ੍ਰਾਹਮਣ ਸੀ, ਬੜਾ ਪ੍ਰਸੰਨ ਹੋਇਆ। ਦੇਵੋਂ ਬਿਖ ਇਨ ਦੇਖਤੇ। ਪ੍ਰਸੰਨ ਇਸ ਕਰਕੇ ਹੋਇਆ ਕਿ ਹੁਣ ਮੈਂ ਇਹਨਾਂ ਦੇ ਦੇਖਦਿਆਂ ਇਹ ਜ਼ਹਿਰ ਜਿਹੜਾ ਬੜੀ ਚਤੁਰਾਈ ਦੇ ਨਾਲ ਹਰਗੋਬਿੰਦ ਸਾਹਿਬ ਜੀ ਨੂੰ ਖਵਾ ਦਵਾਂਗਾ। ਅਵਸਰ ਸ਼ੁਭ ਪਾਇਓ। ਤੇ ਇਹ ਹੁਣ ਮੈਨੂੰ ਬੜਾ ਸੋਹਣਾ ਅਵਸਰ ਜਿਹੜਾ ਮੌਕਾ ਜਿਹੜਾ ਏ ਉਹ ਮੈਨੂੰ ਮਿਲਿਆ ਹੈ। ਕਪਟ ਨਾ ਮੇਰੋ ਅਬ ਲਖਾ। ਤੇ ਇਹ ਜਿਹੜਾ ਮੇਰਾ ਕਪਟ ਹੈ, ਮੇਰਾ ਛਾਲ ਹੈ, ਇਹ ਨਹੀਂ ਜਾਣ ਸਕਣਗੇ, ਕਿਉਂਕਿ ਜਦੋਂ ਬੰਦਾ ਕੋਈ ਕਪਟ ਕਰਦਾ ਹੈ, ਛਲ ਕਰਦਾ ਹੈ, ਫਿਰ ਭੁੱਲ ਜਾਂਦਾ ਹੈ ਕਿ ਮੇਰਾ ਕਪਟ ਜਿਹੜਾ ਉਹ ਕਦੇ ਨਾ ਕਦੇ ਸਾਹਮਣੇ ਆਵੇਗਾ ਤੇ ਇਹ ਗੱਲ ਜਿਹੜੀ ਹੈ ਪ੍ਰਗਟ ਹੋਵੇਗੀ। ਇਹਨੇ ਮਨ ਵਿੱਚ ਇਹੋ ਸੋਚਿਆ ਹੈ ਕਿ ਜਿਹੜਾ ਮੇਰਾ ਕਪਟ ਹੈ ਕਿਸੇ ਦੇ ਸਾਹਮਣੇ ਨਹੀਂ ਆਉਣਾ। ਗੁਰੂ ਅਰਜਨ ਦੇਵ ਸਾਹਿਬ ਹੱਥੀਂ ਇਹ ਦਹੀਂ ਖਵਾਉਣਗੇ ਤੇ ਜਦੋਂ ਹੱਥੀਂ ਇਹਨਾਂ ਨੂੰ ਦਹੀਂ ਦੇਣਗੇ, ਪੇਟ ਵਿੱਚ ਜਦੋਂ ਦਰਦ ਹੋਵੇਗਾ ਤੇ ਮੈਂ ਕਹਾਂਗਾ ਸੂਲ ਉੱਠੀ ਹੋਣੀ ਹੈ। ਇਸ ਕਰਕੇ ਮੇਰਾ ਇੱਕ ਕਪਟ ਛਲ ਜਿਹੜਾ ਉਹ ਸਾਹਮਣੇ ਨਹੀਂ ਆਵੇਗਾ। ਸ਼ੁਭ ਕਾਰਜ ਹੋਵਾ। ਤੇ ਇਹ ਜਿਹੜਾ ਕੰਮ ਹੈ ਬੜਾ ਸ਼ੁਭ ਮੌਕਾ ਜਿਹੜਾ ਮੇਰੇ ਲਈ ਬਣਿਆ ਹੈ। ਜਾਣਹਿਗੇ ਮ੍ਰਿਤੂ ਸੂਲਤੇ। ਬਸ ਇਹੋ ਹੀ ਜਾਣਨਗੇ ਕਿ ਜਿਹੜੀ ਮੌਤ ਹੈ ਹਰਗੋਬਿੰਦ ਸਾਹਿਬ ਜੀ ਦੀ ਇਹ ਪੇਟ ਵਿੱਚ ਸੂਲ ਉੱਠਣ ਨਾਲ ਹੋਈ ਹੈ। ਦਦ ਸਭ ਨੇ ਜੋਵਾ। ਤੇ ਕਿਉਂਕਿ ਸਾਰਿਆਂ ਸਾਹਮਣੇ ਇਹ ਜੋ ਕੁਝ ਹੋਵੇਗਾ ਸਾਰੇ ਹੀ ਦੇਖਣਗੇ। ਤਬ ਧੀਰਜ ਧਰ ਦਦੀ ਕੋ। ਤੇ ਉਸ ਵੇਲੇ ਧੀਰਜ ਧਰ ਕੇ, ਹੌਸਲਾ ਧਰ ਕੇ ਦਹੀਂ ਦੇ ਤਾਈ ਮੁਖ ਕੇਟ ਘਟੋਵਾ। ਤੇ ਇਹ ਜਿਹੜਾ ਦਹੀਂ ਦਾ ਕੌਲਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਲਿਆਂਦਾ। ਵੀ ਵਹਿੰਗੋ ਅਬ ਮਿੱਤਰੋ ਹੋਏ। ਹਾਂ, ਸੋਚ ਰਿਹਾ ਹੈ ਕਿ ਦਹੀਂ ਖਾਣਗੇ ਇਹਨਾਂ ਦੀ ਮੌਤ ਹੋਵੇਗੀ। ਡਰ ਉਰਤੇ ਖੋਵਾ। ਆਪਣੇ ਅੰਦਰੋਂ ਇਸ ਦੁਸ਼ਟ ਨੇ ਜਿਹੜਾ ਡਰ ਸੀ ਉਹ ਕੱਢ ਦਿੱਤਾ। ਪ੍ਰੇਕੁਟੀ ਕੁਟਲ ਚੜਾਏ ਕਰ। ਤੇ ਉਸ ਵੇਲੇ ਬਾਲ ਅਵਸਥਾ ਵਿੱਚ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਆਪਣੀਆਂ ਜਿਹੜੀਆਂ ਭੌਹਾਂ ਸੀ ਉਹ ਉੱਤੇ ਚੱਕ ਲਈਆਂ। ਦ੍ਰਿਗ ਕੁਰੂਰ ਦਿਖਾਏ। ਤੇ ਇਸ ਦੁਸ਼ਟ ਬ੍ਰਾਹਮਣ ਵੱਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੜਾ ਭਿਆਨਕ ਦੇਖਿਆ। ਸੋ ਇਹਦੇ ਵੱਲ ਨੇਤਰ ਮਹਾਰਾਜ ਜੀ ਨੇ ਤਾੜ ਕੇ ਦੇਖੇ ਨੇ। ਆਪਣੀਆਂ ਜਿਹੜੀਆਂ ਭੌਹਾਂ ਸੀ ਅੱਖਾਂ ਦੀਆਂ, ਜਿਸ ਤਰ੍ਹਾਂ ਕੁਝ ਪਤਾ ਲੱਗਣ ਤੇ ਬੰਦਾ ਬੜੀ ਭਿਆਨਕ ਦ੍ਰਿਸ਼ਟੀ ਦੇ ਨਾਲ ਦੇਖਦਾ ਹੈ ਦੁਸ਼ਟ ਵੱਲ ਜਦੋਂ ਕੋਈ ਪਾਪ ਕਰਨ ਆਇਆ ਹੋਵੇ। ਸ੍ਰੀ ਹਰਗੋਬਿੰਦ ਸਾਹਿਬ ਜੀ ਤਾਂ ਸਭ ਕੁਝ ਜਾਣਦੇ ਨੇ। ਹੁਣ ਮਹਾਰਾਜ ਨੇ ਦੇਖਿਆ ਕਿ ਕਿਸ ਤਰ੍ਹਾਂ ਬੜੀ ਚਤੁਰਾਈ ਨਾਲ, ਚਲਾਕੀ ਦੇ ਨਾਲ ਇਹ ਬ੍ਰਾਹਮਣ ਖੁਸ਼ ਹੋ ਰਿਹਾ ਹੈ। ਜਦੋਂ
ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦਹੀਂ ਦਾ ਕਟੋਰਾ ਆਪਣੇ ਹੱਥ ਵਿੱਚ ਲੈ ਲਿਆ। ਇਹ ਬੜਾ ਪ੍ਰਸੰਨ ਹੋਇਆ। ਪਰ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਆਪਣੀਆਂ ਭੌਹਾਂ ਜਿਹੜੇ ਨੇਤਰਾਂ ਦੇ ਭਰਵੱਟੇ ਸਨ ਉੱਪਰ ਚੱਕੇ ਨੇ ਤੇ ਇਸ ਦੁਸ਼ਟ ਬ੍ਰਾਹਮਣ ਵੱਲ ਬੜਾ ਭਿਆਨਕ ਦੇਖਿਆ ਹੈ। ਹਟਕਿਓ ਬਾਸਨ ਹਾਥ ਤੇ ਤੇ ਉਸ ਵੇਲੇ ਇਹਦਾ ਜਿਹੜਾ ਬਰਤਨ ਸੀ, ਜਿਹੜਾ ਦਹੀਂ ਦਾ ਹਟਕਿਓ ਬਾਸਨ ਹਾਥ ਤੇ ਰਿਸ ਕੁਛ ਉਪਜਾਏ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅੱਗੇ ਕੀਤਾ ਦਹੀਂ ਖੋਣ ਵਾਸਤੇ ਤੇ ਮਹਾਰਾਜ ਜੀਆਂ ਨੇ ਆਪਣੇ ਕੋਮਲ ਹਸਤ ਕਮਲਾਂ ਦੇ ਨਾਲ ਹਟਕਾ ਦਿੱਤਾ ਤੇ ਉਸ ਵੇਲੇ ਆਪਣਾ ਮੂੰਹ ਜਿਹੜਾ ਸੀ ਉਹ ਨੀਵਾਂ ਕਰ ਲਿਆ। ਹਰਗੋਬਿੰਦ ਜਬ ਇਮ ਕਰੀ ਜਦੋਂ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਇਸ ਤਰ੍ਹਾਂ ਕੀਤਾ, ਸ੍ਰੀ ਅਰਜਨ ਜਾਨੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਅੰਤਰਜਾਮੀ ਸਤਿਗੁਰਾਂ ਨੇ ਸਭ ਜਾਣ ਲਿਆ। ਕਪਟ ਦਦੀ ਮਹਿ ਕੁਛ ਕਰਿਓ ਜਾਣ ਗਏ ਸਤਿਗੁਰੂ ਕੇ ਇਸ ਦਹੀਂ ਦੇ ਵਿੱਚ ਇਸ ਨੇ ਕੋਈ ਨਾ ਕੋਈ ਕਪਟ ਕੀਤਾ ਹੈ, ਕੋਈ ਨਾ ਕੋਈ ਛਲ ਕਰਨ ਆਇਆ ਹੈ। ਦਿਜ ਦੁਰਮਤ ਠਾਨੀ ਇਸ ਦਿਜ ਦੀ ਬ੍ਰਾਹਮਣ ਦੀ ਖੋਟੀ ਜਿਹੜੀ ਮੱਤ ਸੀ ਉਹ ਸਾਹਮਣੇ ਆਉਣ ਲੱਗੀ ਹੈ। ਲੈ ਕਰ ਆਪਣੀ ਗੋਦ ਮਹਿ ਸਤਿਗੁਰੂ ਜੀ ਨੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਗੋਦ ਵਿੱਚ ਲਿਆ, ਪ੍ਰੇ ਆਨੰਦ ਬਿਠਾਇਓ ਆਪਣੇ ਪਿਆਰੇ ਬਾਲਕ ਨੂੰ ਗੋਦ ਵਿੱਚ ਬਿਠਾ ਲਿਆ। ਦ੍ਰਿਗ ਪਹੁੰਚਤ ਦੇ ਪਿਆਰ ਕੋ ਬੜੇ ਪਿਆਰ ਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਸੁਪੁੱਤਰ ਬਾਲ ਸਤਿਗੁਰਾਂ ਦੇ ਨੇਤਰ ਸਾਫ਼ ਕੀਤੇ ਮੁਖ ਮధుਰ ਅਲਾਇਓ ਤੇ ਮੁਖ ਦੇ ਵਿੱਚੋਂ ਸਤਿਗੁਰੂ ਜੀ ਨੇ ਬੜੇ ਪਿਆਰ ਦੇ ਨਾਲ ਬਾਕ ਕਹੇ ਹਨ। ਦਿਜ ਕਰਤੇ ਦਦ ਕਰ ਲਈ ਜਿਹੜਾ ਬ੍ਰਾਹਮਣ ਸੀ ਉਹਦੇ ਹੱਥੋਂ ਸਤਿਗੁਰੂ ਜੀ ਨੇ ਦਹੀਂ ਆਪਣੇ ਹੱਥ 'ਚ ਲੈ ਲਿਆ। ਪਿਆਵਨ ਪੁਨ ਲਾਗੇ ਆਪਣੇ ਹਸਤ ਕਮਲਾਂ ਦੇ ਨਾਲ ਸਤਿਗੁਰੂ ਜੀ ਦਹੀਂ ਪਿਆਉਣ ਲੱਗੇ ਹਨ। ਹਰਖਤ ਦਿਜ ਵੀ ਕਹਿਤ ਹੈ ਇਹ ਜਿਹੜਾ ਬ੍ਰਾਹਮਣ ਸੀ ਹੁਣ ਬੜਾ ਪ੍ਰਸੰਨ ਹੋਇਆ ਕਰੀਏ ਹੈ ਮੁਖ ਆਗੇ ਤੇ ਬੜੇ ਪ੍ਰਸੰਨ ਹੋ ਕੇ ਕਹਿਣ ਲੱਗਾ ਕਿ ਹਾਂ ਆਪਣਾ ਮੁਖ ਅੱਗੇ ਕਰੋ। ਜਬ ਹੈ ਕਟੋਰਾ ਢਿਗ ਬਦਨ ਜਦੋਂ ਸਤਿਗੁਰੂ ਜੀ ਨੇ ਇਹ ਕਟੋਰਾ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਮੁਖ ਦੇ ਲਾਗੇ ਕੀਤਾ, ਸ੍ਰੀ ਗੁਰ ਨੇ ਕੀਨੋ ਸਤਿਗੁਰੂ ਜੀ ਨੇ ਇਹ ਕਟੋਰਾ ਮੁਖ ਦੇ ਲਾਗੇ ਕੀਤਾ ਹੈ। ਨੀਚ ਬਲੋਚਨ ਕਰ ਰਹੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਉਸ ਵੇਲੇ ਨੀਵੀਂ ਪਾ ਲਈ ਪਿਤਾ ਸਤਿਗੁਰਾਂ ਅੱਗੇ ਹਟਕਿਓ ਨਹਿ ਪੀਨੋ ਤੇ ਉਸ ਵੇਲੇ ਵੀ ਇਹ ਜਿਹੜਾ ਦਹੀਂ ਪੀਣ ਤੋਂ ਸਤਿਗੁਰੂ ਜੀ ਨੇ ਹਟਕਿਆ, ਭਾਵ ਹੋੜ ਦਿੱਤਾ, ਮੋੜ ਦਿੱਤਾ ਤੇ ਦਹੀਂ ਨਹੀਂ ਸੀ ਪੀਤਾ। ਦਿਗ ਦੇ ਜਿਦ ਬਿਸਮੈ ਹੋਏ ਰਹਿਓ ਇਹ ਦੇਖ ਕਰਕੇ ਜਿਹੜਾ ਬ੍ਰਾਹਮਣ ਸੀ ਦੁਸ਼ਟ ਸੀ ਬੜਾ ਹੈਰਾਨ ਹੋਇਆ। ਅਜਮਤ ਇਨ ਮਾਹੀ ਇਹ ਜਾਣ ਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਅਜਮਤ ਹੈ। ਕਿਉਂ? ਮੈਂ ਵੀ ਬੜਾ ਯਤਨ ਕੀਤਾ, ਨਹੀਂ ਸੀ ਪੀ ਰਹੇ, ਮੂੰਹ ਮੋੜ ਦਿੱਤਾ, ਹੱਥ ਫੜੇ ਫਿਰ ਵੀ ਹਟਕਾ ਦਿੱਤਾ। ਹੁਣ ਤਾਂ ਪਿਤਾ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਹੱਥ 'ਚ ਲਿਆ ਹੈ ਨਾ। ਪਰ ਸ਼੍ਰੀ ਹਰਗੋਬਿੰਦ ਸਾਹਿਬ ਬਾਲ ਅਵਸਥਾ ਵਿੱਚ ਹੀ ਪਿਤਾ ਸਤਿਗੁਰਾਂ ਨੂੰ ਜਣਾ ਰਹੇ ਕਿ ਜਿਹੜਾ ਦਹੀਂ ਹੈ ਇਹ ਵਿਉ ਵਾਲਾ ਹੈ। ਇਸ ਕਰਕੇ ਜਦੋਂ ਨਹੀਂ ਪੀਤਾ ਨੇਤਰ ਨੀਵੇਂ ਕਰ ਲਏ। ਇਹ ਦੇਖ ਕਰਕੇ ਜਿਹੜਾ ਦੁਸ਼ਟ ਬ੍ਰਾਹਮਣ ਸੀ ਬੜਾ ਹੈਰਾਨ ਹੋਇਆ। ਦਦੀ ਸਦੋਸ਼ ਪਛਾਣ ਕੈ ਜਾਣ ਗਏ ਕਿ ਇਸ ਦਹੀਂ ਦੇ ਵਿੱਚ ਕੋਈ ਦੋਸ਼ ਹੈ। ਲਾਵਤ ਮੁਖ ਨਾਹੀ ਤਾਂ ਹੀ ਉਹ ਆਪਣੇ ਮੁਖ ਦੇ ਨਾਲ ਨਹੀਂ ਲਾਉਂਦੇ। ਕੁਛ ਹੋਏ ਜਾਏ ਨਾ ਆਸਿਆ ਬੈ ਤੇ ਹੁਣ ਇਹ ਜਿਹੜਾ ਸੀ ਪਾਪੀ ਦੁਸ਼ਟ ਬ੍ਰਾਹਮਣ ਇਹ ਹੁਣ ਥੋੜਾ ਜਿਹਾ ਠਠੰਬਰ ਗਿਆ। ਜਾਣ ਗਿਆ ਕਿ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਕਰਾਮਾਤ ਹੈ ਕਿ ਗੁਰਦੇਵ ਤਾਂ ਜਾਣ ਗਏ ਨੇ। ਹੁਣ ਮਨ ਵਿੱਚ ਥੋੜਾ ਡਰਿਆ ਹੈ ਕਿ ਕੋਈ ਹੁਣ ਇੱਥੇ ਭਾਣਾ ਹੀ ਨਾ ਵਾਪਰ ਜਾਵੇ। ਡਰਿਆ ਇਹ ਨਹੀਂ ਸੀ ਕਿ ਸ਼੍ਰੀ ਹਰਗੋਬਿੰਦ ਸਾਹਿਬ ਜੀ ਇਹਨਾਂ ਦੀ ਕੋਈ ਜਾਨ ਨੂੰ ਖਤਰਾ ਬਣੇ ਇਸ ਜ਼ਹਿਰ ਦੇ ਨਾਲ। ਡਰਦਾ ਹੈ ਮਨੁੱਖ ਉਹਦੇ ਜਦੋਂ ਪਾਪ ਸਾਹਮਣੇ ਆਉਂਦੇ ਨੇ ਤੇ ਫਿਰ ਉਹਨੂੰ ਆਪਣੇ ਕੀਤੇ ਪਾਪਾਂ ਦਾ ਡਰ ਲੱਗਦਾ ਹੈ। ਇਹ ਨਹੀਂ ਕਿ ਡਰ ਲੱਗਦਾ ਕਿ ਮੈਂ ਮਾੜਾ ਕੰਮ ਕਰ ਰਿਹਾ, ਡਰ ਇਸ ਗੱਲ ਦਾ ਲੱਗਦਾ ਕਿ ਹੁਣ ਮੇਰਾ ਪਾਪ ਜਿਹੜਾ ਹੈ ਉਹ ਸਾਹਮਣੇ ਆ ਰਿਹਾ, ਮੇਰੀ ਚੋਰੀ ਫੜੀ ਜਾਵੇਗੀ, ਫਿਰ ਮੇਰੀ ਹਾਲਤ ਕੀ ਹੋਵੇਗੀ। ਪਰ ਇਹ ਤਾਂ ਬੰਦਾ ਇੱਥੇ ਕੋਈ ਮਾੜਾ ਕੰਮ ਕਰਦਾ ਹੈ ਤੇ ਹੋ ਸਕਦਾ ਹੈ ਕਿ ਸੰਸਾਰ ਤੋਂ ਲੁਕਾ ਲਵੇ, ਪਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹ ਦੇ ਵਿੱਚ ਫਿਰ ਉੱਥੇ ਤਾਂ ਛੋਟੇ ਤੋਂ ਛੋਟੇ ਕਰਮ ਦਾ ਵੀ ਹਿਸਾਬ ਹੁੰਦਾ ਹੈ। ਉੱਥੋਂ ਕੋਈ ਵੀ ਜਿਹੜਾ ਕਰਮ ਜੀਵ ਦਾ ਲੁਕਦਾ ਨਹੀਂ ਹੈ। ਇੱਥੋਂ ਬਚ ਜਾਵੇ ਪਰ ਉਸ ਮਾਲਕ ਦੀ ਦਰਗਾਹ ਦੀ ਕਚਹਿਰੀ ਵਿੱਚੋਂ ਨਹੀਂ ਬਚਦਾ। ਹੁਣ ਜਦੋਂ ਇਹਦਾ ਪਾਪ ਸਾਹਮਣੇ ਆਇਆ ਉਸ ਵੇਲੇ ਮਨ ਵਿੱਚ ਸੋਚਣ ਲੱਗਾ, ਮਨ ਕਪਟੇ ਉਘਾਰਾ ਇਹਦਾ ਜਿਹੜਾ ਮਨ ਦਾ ਕਪਟ ਸੀ, ਛਲ ਸੀ, ਡਰਦਾ ਹੈ ਕਿਤੇ ਸਾਹਮਣੇ ਨਾ ਆ ਜਾਵੇ। ਤਰਸਤ ਭਇਓ ਪੁਨ ਮਨ ਵਿਖਾ ਮਨ ਦੇ ਵਿੱਚ ਬਹੁਤਾ ਡਰ ਗਿਆ। ਡਰਦਾ ਬੰਦਾ ਉਹੀ ਹੈ ਜਿਹੜਾ ਪਾਪੀ ਹੋਵੇ, ਕਿਉਂਕਿ ਜਿਹੜਾ ਧਰਮੀ ਹੈ ਧਰਮੀ ਨੂੰ ਕੋਈ ਡਰ ਨਹੀਂ ਹੁੰਦਾ। ਸੋ ਡਰੇ ਜੇ ਪਾਪ ਕਮਾਵੰਦਾ ਧਰਮੀ ਵਗਸੇਤ। ਧਰਮੀ ਤਾਂ ਨਿਡਰ ਹੁੰਦਾ ਹੈ, ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਉਹਦਾ ਮੁਖ ਉਜਲਾ ਹੁੰਦਾ ਹੈ।
ਮੌਤ ਤਾਂ ਹਰੇਕ ਦੇ ਮੱਥੇ ਤੇ ਹੈ, ਪਰ ਧਰਮੀ ਜਿਹੜਾ ਹੈ ਉਹ ਇਸ ਸੰਸਾਰ ਤੋਂ ਵੀ ਮੁੱਖ ਉਜਲਾ ਲੈ ਕੇ ਜਾਂਦਾ ਹੈ, ਪਰ ਲੋਕ ਵਿੱਚ ਵੀ ਉਹਦੀ ਜੈ ਜੈਕਾਰ ਹੁੰਦੀ। ਇਹ ਜਿਹੜਾ ਪਾਪੀ ਅਧਰਮੀ ਦੁਸ਼ਟ ਖਡਾਵਾ ਸੀ, ਇਹਦਾ ਜਦੋਂ ਪਾਪ ਸਾਹਮਣੇ ਆਉਣ ਲੱਗਾ, ਇਹ ਮਨ ਵਿੱਚ ਬਹੁਤ ਡਰ ਗਿਆ ਹੈ। ਬਹੁ ਗਟੀ ਵਿਚਾਰੈ, ਮਨ ਹੀ ਮਨ ਬਹੁਤੀਆਂ ਗਿਣਤੀਆਂ ਜਿਹੜੀਆਂ ਸੀ ਉਹ ਸੋਚਣ ਲੱਗਾ, ਜਿਨ੍ਹਾਂ ਕਰਕੇ ਇਹਨੇ ਪਾਪ ਕਰਮ ਕਰਨ ਆਇਆ ਹੈ। ਪ੍ਰਿਥੀ ਚੰਦ ਦੇ ਕਹਿਣ ਦੇ ਉੱਤੇ ਉਹ ਕਹਿੰਦਾ ਸੀ ਕਿ ਚਿੰਤਾ ਨਾ ਕਰੀ, ਕਿ ਤੂੰ ਇਹ ਕੰਮ ਕਰਕੇ ਆ। ਪਹਿਲੀ ਗੱਲ ਕਿ ਤੇਰਾ ਇਹ ਕੰਮ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ, ਤੂੰ ਫੜਿਆ ਹੀ ਨਹੀਂ ਜਾਣਾ, ਉੱਥੋਂ ਨਿਕਲ ਆਵੇਂਗਾ, ਮੈਂ ਤੈਨੂੰ ਸੰਭਾਲ ਲਾਂਗਾ। ਜੇ ਤੈਨੂੰ ਕਿਸੇ ਨੇ ਫੜਿਆ ਜਾਂ ਤੈਨੂੰ ਕੋਈ ਤੇਰੇ ਤੇ ਦੂਸ਼ਣਬਾਜ਼ੀ ਕਰੇਗਾ ਤੇ ਮੈਂ ਬਚਾ ਲਾਂਗਾ। ਬੰਦਾ ਬੰਦੇ ਦੇ ਉੱਤੇ ਆਸਰਾ ਰੱਖ ਕੇ ਤੁਰ ਤੇ ਪੈਂਦਾ ਹੈ, ਪਰ ਜਦੋਂ ਕੋਈ ਮਾੜਾ ਉਹਦਾ ਕੰਮ ਸਾਹਮਣੇ ਆਉਂਦਾ ਹੈ ਤੇ ਫਿਰ ਕੋਈ ਵੀ ਉਹਦੀ ਬਾਂਹ ਫੜਨ ਵਾਲਾ ਨਾ ਲੋਕ 'ਚ ਦਿਸਦਾ ਹੈ, ਪਰ ਲੋਕ ਤਾਂ ਕਿਸ ਨੇ ਫੜਨੀ ਹੈ। ਇਸ ਕਰਕੇ ਕਰਮ ਉਹ ਕਰੀਏ ਜਿਹਦੇ ਵਿੱਚ ਲੋਕ ਵਿੱਚ ਵੀ ਪਤ ਰਵੇ ਤੇ ਪਰਲੋਕ ਵਿੱਚ ਵੀ। ਹੁਣ ਜਿਸ ਦੇ ਆਸਰੇ ਚੱਲ ਕੇ ਆਇਆ ਸੀ, ਕੋਈ ਮਨੁੱਖ ਬੰਦੇ ਦੇ ਨਾਲ ਕਿੰਨਾ ਕੁ ਸਮਾਂ ਰਹਿ ਸਕਦਾ ਹੈ। ਗੁਰਦੇਵ ਦਾ ਪਾਵਨ ਫਰਮਾਨ ਹੈ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਿੱਥੇ ਸੰਸਾਰ ਵਿੱਚ ਕੋਈ ਰੱਖਿਆ ਕਰਨ ਵਾਲਾ ਨਹੀਂ ਦਿਸਦਾ, ਉੱਥੇ ਰੱਖਿਆ ਪਰਮਾਤਮਾ ਦਾ ਨਾਮ ਅਕਾਲ ਪੁਰਖ ਵਾਹਿਗੁਰੂ ਆਪ ਕਰਦਾ ਹੈ, ਤੇ ਰੱਖਿਆ ਉਹਨਾਂ ਧਰਮੀਆਂ ਦੀ ਹੁੰਦੀ। ਇਸੇ ਕਰਕੇ ਧਰਮੀਆਂ ਨੂੰ ਕਿਸੇ ਦਾ ਡਰ ਨਹੀਂ ਹੁੰਦਾ। ਸਰੀਰ ਤਾਂ ਹੈ ਹੀ ਨਾਸ਼ਵੰਤ ਹੈ। ਸੋ ਇੱਧਰ ਜਿਹੜਾ ਇਹ ਅਧਰਮੀ ਪਾਪੀ ਸੀ, ਇਹਦੇ ਪਾਪ ਸਾਹਮਣੇ ਆਉਣ ਲੱਗੇ ਨੇ, ਇਹਦਾ ਅੰਦਰ ਜਿਹੜਾ ਸੀ ਉਹ ਕੰਬਿਆ ਹੈ, ਅੰਦਰੋਂ ਮਨ ਹੀ ਮਨ ਇਹ ਡਰ ਗਿਆ ਹੈ। ਅਲਪ ਜਾਤ ਕੂਕਰ ਹੁਤੋ, ਹਾਂ, ਇਹ ਬੜਾ ਮਾੜਾ ਕਰਮ ਇਸ ਨੇ ਕੀਤਾ ਹੈ। ਪਰ ਹੁਣ ਗੁਰਦੇਵ ਦੇ ਲਾਗੇ ਇੱਕ ਕੂਕਰ ਸੀ, ਜਿਹੜਾ ਸਤਿਗੁਰਾਂ ਦੇ ਪਾਸ ਰਹਿੰਦਾ ਸੀ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਰਹਿੰਦਾ ਸੀ। ਮਹਾਰਾਜ ਦੇ ਪਲੰਘੇ ਹੇਠਾਂ ਬੈਠਦਾ, ਸਤਿਗੁਰੂ ਜੀ ਜੋੜਾ ਪਾ ਕੇ ਚਰਨਾਂ ਵਿੱਚ ਤੁਰਨ ਲੱਗਦੇ। ਹਾਲੇ ਮਹਾਰਾਜ ਦੇ ਕੋਲ ਜੋੜਾ ਹੁੰਦਾ, ਉਸੇ ਵੇਲੇ ਸਮਝ ਜਾਂਦਾ, ਨਾਲ ਤੁਰ ਪੈਂਦਾ। ਕਿਉਂਕਿ ਐਸੇ ਲੋਭੀਆਂ ਨਾਲੋਂ, ਐਸੇ ਦੁਸ਼ਟ ਪਾਪੀਆਂ ਨਾਲੋਂ ਤਾਂ ਉਹ ਜਾਨਵਰ ਚੰਗੇ ਜਿਹੜੇ ਮਾਲਕ ਦੇ ਜਿਹੜੇ ਹਨ ਉਹ ਆਪਣਾ ਫਰਜ਼ ਨਿਭਾਉਂਦੇ ਨੇ, ਵਫਾਦਾਰ ਹਨ। ਤਾਈਓ ਤਾਂ ਭਗਤ ਜੀ ਨੇ ਪਾਵਨ ਬਚਨ ਕਹੇ ਨੇ, ਕਬੀਰ ਸਾਕਤ ਤੇ ਸ਼ੂਕਰ ਭਲਾ ਰਾਖੈ ਆਛਾ ਗਾਓ, ਸਾਕਤ ਬਪਰਾ ਮਰ ਗਿਆ ਕੋਈ ਨਾ ਲਹਿ ਨਾਉ। ਕਹਿੰਦੇ ਸਾਕਤ ਬੰਦੇ ਨਾਲੋਂ, ਪਾਪੀ ਨਾਲੋਂ ਤਾਂ ਸੂਰ ਚੰਗਾ ਹੈ ਨਾ। ਕਿਉਂਕਿ ਪਾਪੀ ਬੰਦੇ ਸੰਸਾਰ ਦੇ ਵਿੱਚ ਪਾਪ ਕਰਮ ਕਰਕੇ ਗੰਦਗੀ ਫੈਲਾਉਂਦੇ ਨੇ, ਜਿਨ੍ਹਾਂ ਕਰਕੇ ਸੰਸਾਰ ਦੂਸ਼ਿਤ ਹੁੰਦਾ ਹੈ। ਧਰਤੀ ਵੀ ਜਿਹੜੀ ਇਹਨਾਂ ਧਰਮੀਆਂ ਦਾ ਪਾਪ ਜਿਹੜਾ ਹੈ ਭਾਰ ਨਹੀਂ ਸਹਾਰਦੀ। ਪਰ ਭਗਤ ਕਬੀਰ ਸਾਹਿਬ ਕਹਿੰਦੇ ਨੇ ਨਾ, ਪਾਪੀਆਂ ਨਾਲੋਂ ਤਾਂ ਸੂਰ ਚੰਗਾ, ਜਿਹੜਾ ਨਗਰ ਦੀ ਗੰਦਗੀ ਤਾਂ ਸਾਫ਼ ਕਰਦਾ ਹੈ ਨਾ। ਜਦੋਂ ਪਾਪੀ ਬੰਦੇ ਦੀ ਮੌਤ ਹੁੰਦੀ ਹੈ, ਧਰਮੀ ਦੀ ਮੌਤ ਹੁੰਦੀ ਹੈ, ਸੋ ਸਾਰੇ ਕਹਿੰਦੇ ਨੇ ਚੰਗਾ ਹੀ ਮਰ ਗਿਆ। ਜਦੋਂ ਕੋਈ ਮਾੜਾ ਕੰਮ ਕਰਦਾ ਹੈ, ਸਾਰਾ ਸੰਸਾਰ ਹੀ ਉਹਨੂੰ ਲਾਹਨਤਾਂ ਦਿੰਦਾ ਹੈ। ਜਦੋਂ ਉਹਦੀ ਮੌਤ ਹੁੰਦੀ ਹੈ ਤੇ ਸੰਸਾਰ ਕਹਿੰਦਾ ਚੰਗਾ ਗਲੋਂ ਲੱਥਾ। ਪਰ ਭਗਤ ਕਬੀਰ ਸਾਹਿਬ ਕਹਿੰਦੇ ਜਿਹੜਾ ਸੂਰ ਹੈ ਨਾ, ਉਹਦੇ ਨਾਲੋਂ ਚੰਗਾ ਜੇ। ਕਿਉਂਕਿ ਜਿਹੜਾ ਗੰਦਗੀ ਦਾ ਢੇਰ ਸੀ, ਉਹਦੇ ਆ ਕੇ ਗੰਦਗੀ ਸਾਫ਼ ਕਰਦਾ ਸੀ। ਤੇ ਜਦੋਂ ਆਵੇ ਨਾ ਬਹੁਤਾ ਚਿਰ, ਤੇ ਲੋਕ ਕਹਿੰਦੇ ਕਿੱਥੇ ਰਹਿ ਗਿਆ। ਦੱਸਣ ਵਾਲੇ ਨੇ ਦੱਸਿਆ ਕਿ ਉਹ ਤਾਂ ਮਰ ਗਿਆ। ਲੋਕ ਕਹਿੰਦੇ ਆ ਇਹ ਮਰਨਾ ਨਹੀਂ ਸੀ ਚਾਹੀਦਾ, ਇਹਦੇ ਕਰਕੇ ਤਾਂ ਸਾਡੇ ਨਗਰ ਦੀ ਗੰਦਗੀ ਸਾਫ਼ ਹੁੰਦੀ ਸੀ। ਇਸ ਲਈ ਐਸੇ ਅਧਰਮੀ ਲੋਕ ਜਿਹੜੇ ਨੇ, ਉਹ ਧਰਤੀ 'ਤੇ ਬਹੁਤ ਵੱਡਾ ਬੋਝ ਹਨ। ਇਹਦੇ ਜਿਹੜੇ ਪਾਪ ਸਾਹਮਣੇ ਆਏ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਦਾ ਪਾਪ ਸਾਹਮਣੇ ਲਿਆਉਣ ਵਾਸਤੇ ਸਤਿਗੁਰਾਂ ਦੇ ਕੋਲ ਇੱਕ ਕੂਕਰ ਸੀ, ਜਿਹੜਾ ਬੜਾ ਵਫਾਦਾਰ ਸੀ। ਪਿਸਤਾ ਕਹਿ ਜਾਹੀ, ਹਾਂ, ਤੇ ਪਿਸਤਾ ਉਸ ਦਾ ਨਾਮ ਸੀ। ਜਿਸ ਪ੍ਰਿਅੰਕ ਪਰ ਗੁਰ ਥਿਰੇ, ਜਿਸ ਪਲੰਘੇ ਦੇ ਉੱਤੇ ਗੁਰੂ ਅਰਜਨ ਦੇਵ ਸਾਹਿਬ ਜੀ ਬਿਰਾਜਦੇ ਸੀ, ਤਿਸ ਤਰੈ ਰਹਾਹੀ। ਉਸ ਪਲੰਘ ਦੇ ਥੱਲੇ ਉਹ ਜਿਹੜਾ ਕੂਕਰ ਸੀ ਰਹਿੰਦਾ ਸੀ। ਵਹਿਰ ਚਲਤ ਕਿਤ ਸੰਗ ਹੋਏ, ਜਦੋਂ ਸਤਿਗੁਰੂ ਜੀ ਬਾਹਰ ਸੈਰ ਵਾਸਤੇ ਜਾਂਦੇ, ਕਿਤੇ ਬਾਹਰ ਜਾਣਾ, ਤੇ ਉਹ ਜਿਹੜਾ ਕੂਕਰ ਕੁੱਤਾ ਸੀ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਤੁਰਦਾ। ਪਗ ਪੰਕਜ ਤੀਰਾ, ਜਦੋਂ ਮਹਾਰਾਜ ਆਪਣੇ ਚਰਨਾਂ ਵਿੱਚ ਜੋੜਾ ਪਾਉਣ ਲੱਗਦੇ, ਉਸੇ ਵੇਲੇ ਉੱਠ ਕੇ ਤੁਰ ਪੈਂਦਾ। ਰਹਿਤ ਹਦੂਰ ਸਦੀਵਹੀ, ਇਹ ਜਿਹੜਾ ਕੂਕਰ ਸੀ ਸਤਿਗੁਰੂ ਜੀ ਦੇ ਨੇੜੇ ਨੇੜੇ ਰਹਿੰਦਾ ਸੀ। ਜਿਹ ਭਾਗ ਗਹੀਰਾ, ਹੁਣ ਇਹਦੇ ਭਾਗ ਗਹੀਰਾ ਵੱਡੇ ਹੀ ਕਵਾਂਗੇ। ਕਵੀ ਜੀ ਕਹਿੰਦੇ ਵੱਡੇ ਨੇ ਭਾਗ। ਵੱਡੇ ਕਿਉਂ ਨੇ? ਜਿਹਨੂੰ ਗੁਰੂ ਸਾਹਿਬ ਦੀ ਨੇੜਤਾ ਮਿਲ ਰਹੀ, ਭਾਵੇਂ ਕਿਸੇ ਜੂਨ 'ਚ ਬੈਠਾ ਹੈ। ਜੇ ਮਨੁੱਖਾ ਸਰੀਰ ਲੈ ਕੇ ਬੰਦਿਆਂ ਵਾਲੇ ਕੰਮ ਹੀ ਨਾ ਕੀਤੇ, ਤੇ ਗੁਰਬਾਣੀ ਦਾ ਫਰਮਾਨ ਹੈ ਕਿ ਮਨੁੱਖਾਂ ਵਾਲਾ ਸਰੀਰ ਤਾਂ ਮਿਲ ਗਿਆ, ਪਰ ਕਰਮ ਤੇਰੇ ਪਸ਼ੂਆਂ ਵਾਲੇ ਨੇ। ਕਰਤੂਤ ਪਸ਼ੂ ਕੀ
ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਦ ਨਾਹਿ ਕਛ ਕਰੈ ਛੁਪਾਇਆ। ਬਾਹਰੋਂ ਭੇਖ ਤਾਂ ਬੰਦਿਆਂ ਵਾਲਾ ਪਾ ਲਿਆ, ਪਰ ਅੰਦਰ ਜਿਹੜਾ ਹੈ ਬਿਰਤੀ ਉਹ ਹੈ ਪਸ਼ੂਆਂ ਵਾਲੀ। ਜੇ ਪਰਾਏ ਤੁਹਾਨੂੰ ਦੇਖ ਕਰਕੇ ਹੜੱਪਣਾ ਚਾਹੁੰਦਾ ਹੈ ਤੇ ਲੋਭ ਵਾਲੀ ਬਿਰਤੀ ਹੈ ਤਾਂ ਕੂਕਰ ਦੀ, ਹਲਕਾਏ ਕੁੱਤੇ ਦੀ ਹੈ। ਇਸ ਕਰਕੇ ਇਹ ਜਿਹੜਾ ਸੁਭਾਅ ਹੈ ਇਹ ਪਸ਼ੂਆਂ ਦਾ ਹੈ। ਜਦੋਂ ਜਾਨਵਰਾਂ ਦੇ ਅੱਗੇ, ਪਸ਼ੂਆਂ ਦੇ ਅੱਗੇ ਬਹੁਤੀ ਕੋਈ ਵਸਤੂ ਖਾਣ ਨੂੰ ਪਈ ਹੋਵੇ ਤੇ ਬਹੁਤੀ ਉਹਨਾਂ ਦੀ ਬੁੱਧੀ ਕੰਮ ਨਹੀਂ ਕਰਦੀ, ਖਾਣ ਵੱਲ ਘੱਟ ਧਿਆਨ ਦਿੰਦੇ ਨੇ ਤੇ ਇੱਕ ਦੂਜੇ ਨੂੰ ਭੌਂਕਦੇ ਜ਼ਿਆਦਾ। ਤੇ ਜਿਸ ਤਰ੍ਹਾਂ ਦੀ ਬਿਰਤੀ ਧਾਰਨ ਕੀਤੀ ਹੈ ਤੇ ਗੁਰਦੇਵ ਕਹਿੰਦੇ ਬਾਹਰੋਂ ਭੇਖ ਤਾਂ ਬੰਦਿਆਂ ਵਾਲਾ ਹੈ, ਪਰ ਅੰਦਰੋਂ ਸੁਰਤ ਜਿਹੜੀ ਉਹ ਪਸ਼ੂਆਂ ਵਾਲੀ। ਪਰ ਜਿਹੜੇ ਪਸ਼ੂ ਜਿਨ੍ਹਾਂ ਨੂੰ ਸੋਝੀ ਹੈ ਉਹਨਾਂ ਦੇ ਭਾਗ ਵੱਡੇ ਸਨ, ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਨੇੜਤਾ ਮਿਲੀ। ਜਿਸ ਤਰ੍ਹਾਂ ਗੁਰਦੇਵ ਦੇ ਪਾਸ ਇਹ ਕੂਕਰ ਹੈ, ਇਹ ਚੰਗਾ ਸੀ ਇਸ ਦੁਸ਼ਟ ਨਾਲੋਂ, ਕਿਉਂਕਿ ਇਹ ਤਾਂ ਬੰਦਿਆਂ ਵਾਲਾ ਸਰੀਰ ਲੈ ਕੇ ਕਿੱਡਾ ਵੱਡਾ ਪਾਪ ਕਰਨ ਆਇਆ ਹੈ। ਤੇ ਉਹ ਜਿਹੜਾ ਕੂਕਰ ਸੀ ਕਿਸੇ ਪੂਰਬਲੇ ਕਰਮ ਕਰਕੇ ਕੂਕਰ ਦੀ ਜੂਨੇ ਪਿਆ ਹੋਵੇ, ਪਰ ਵੱਡੇ ਭਾਗ ਸਨ ਜਿਹਨੂੰ ਗੁਰੂ ਸਾਹਿਬ ਦੀ ਨੇੜਤਾ ਮਿਲੀ ਤੇ ਜਿਹਨੂੰ ਗੁਰੂ ਸਾਹਿਬ ਨੇ ਆਪ ਜਿਹਦਾ ਅੱਜ ਉਧਾਰ ਕਰਨਾ ਹੈ। ਇਹ ਜਿਹੜਾ ਕੂਕਰ ਸੀ ਸਤਿਗੁਰਾਂ ਦੇ ਨੇੜੇ ਰਹਿੰਦਾ ਸੀ। ਕਰਿਓ ਹਕਾਰਨ ਸੁਆਨ ਕੋ, ਉਸ ਸਮੇਂ ਸਤਿਗੁਰੂ ਜੀ ਨੇ ਇਸ ਕੂਕਰ ਨੂੰ ਆਪਣੇ ਪਾਸ ਬੁਲਾਇਆ ਪਰਿਅੰਕ ਤਰੇ ਹੈ, ਤੇ ਜਿਸ ਪਲੰਗੇ ਥੱਲੇ ਬੈਠਾ ਸੀ ਨਿਗਸਿਓ ਪੂੰਛ ਹਿਲਾਵਤੋ। ਸਤਿਗੁਰੂ ਜੀ ਦੀ ਆਵਾਜ਼ ਸੁਣ ਕੇ ਜਿਹੜਾ ਕੂਕਰ ਸੀ ਪਿਸਤਾ ਆਪਣੀ ਪੂੰਛ ਹਿਲਾਉਂਦਾ ਬਾਹਰ ਆਇਆ ਹੈ। ਦ੍ਰਿਗ ਸਮੁਖ ਕਰੇ ਹੈ, ਆਪਣੇ ਨੇਤਰ ਜਿਹੜੇ ਸੀ ਸਤਿਗੁਰੂ ਜੀ ਦੇ ਸਾਹਮਣੇ ਕੀਤੇ। ਬੜਾ ਭਾਗ ਜਾਗੇ ਨੇ ਨਾ, ਵੱਡੇ ਭਾਗ ਸਨ। ਗੁਰਦੇਵ ਦੇ ਕੋਲ ਰਹਿੰਦਾ, ਆਵਾਜ਼ ਦਿੱਤੀ ਪਾਤਸ਼ਾਹ ਜੀ ਨੂੰ, ਮਹਾਰਾਜ ਦੇ ਕੋਲ ਆਇਆ, ਪੂੰਛ ਹਿਲਾਉਂਦਾ ਹੋਇਆ, ਆਪਣੇ ਨੇਤਰ ਇਸ ਨੇ ਗੁਰਦੇਵ ਵੱਲ ਕੀਤੇ ਹਨ। ਤਿਸ ਕੇ ਬਾਸਨ ਗੁਰੂ ਨੇ, ਇਸ ਦੇ ਬਰਤਨ ਦੇ ਵਿੱਚ ਸਤਿਗੁਰਾਂ ਨੇ ਦਦ ਕਰਤੇ ਪਾਈ। ਉਹ ਜਿਹੜਾ ਦਦ ਦਹੀਂ ਸੀ ਆਪਣੇ ਹਸਤ ਕਮਲਾਂ ਨਾਲ ਪਾ ਦਿੱਤਾ। ਹੁਣ ਆਮ ਨੂੰ ਕੋਈ ਕਿਸੇ ਜੀਵ ਨੂੰ ਖਤਮ ਕਰਦਾ ਹੈ ਤੇ ਉਹ ਪਾਪ ਕਰ ਰਿਹਾ ਹੈ, ਕਿਉਂਕਿ ਉਹਦੇ ਵਿੱਚ ਇੰਨੀ ਸਮਰੱਥਾ ਨਹੀਂ ਹੈ ਕਿ ਜੀਵ ਦਾ ਉਧਾਰ ਕਰ ਸਕੇ। ਪਰ ਪੂਰੇ ਗੁਰੂ ਵਿੱਚ ਸਮਰੱਥਾ ਹੈ। ਤੇ ਗੁਰਦੇਵ ਨੇ ਪਸ਼ੂ ਪ੍ਰੇਤ ਮੁਕਤ ਕਉ ਉਤਾਰੇ, ਪਾਹਣ ਪਾਰ ਉਤਾਰੇ। ਸੋ ਪਸ਼ੂ ਪ੍ਰੇਤਾਂ ਦੇ ਤਾਈਂ, ਮੂਰਖਾਂ ਦੇ ਤਾਈਂ ਕਿੰਨਿਆਂ ਦਾ ਉਧਾਰ ਕੀਤਾ ਹੈ। ਪੂਰੇ ਗੁਰੂ ਵਿੱਚ ਸਮਰੱਥਾ ਹੈ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਣ। ਤੇ ਅਕਾਲ ਪੁਰਖ ਵਾਹਿਗੁਰੂ ਤਾਂ ਆਪ ਹੀ ਸਰਬ ਕਲਾ ਸਮਰਾਥੀ ਨੇ। ਇਸ ਲਈ ਮਹਾਰਾਜ ਨੇ ਇਸ ਕੂਕਰ ਦਾ ਉਧਾਰ ਕਰਨ ਦੇ ਲਈ ਇਹ ਕੌਤਕ ਰਚਿਆ ਤੇ ਨਾਲੇ ਇਸ ਦੁਸ਼ਟ ਬ੍ਰਾਹਮਣ ਦਾ ਪਾਪ ਸਾਹਮਣੇ ਲਿਆਉਣ ਵਾਸਤੇ। ਤੇ ਇਹ ਕੰਮ ਕਰਾਇਆ ਕਿੰਨੇ ਹੈ? ਇਹ ਸਾਰਾ ਕੁਝ ਸਾਹਮਣੇ ਲਿਆਉਣ ਦੇ ਵਾਸਤੇ ਸਤਿਗੁਰੂ ਜੀ ਨੇ ਉਹ ਜਿਹੜਾ ਦਹੀਂ ਸੀ ਆਪਣੇ ਹੱਥਾਂ ਦੇ ਨਾਲ ਉਹ ਕੂਕਰ ਦੇ ਬਰਤਨ ਵਿੱਚ ਪਾ ਦਿੱਤਾ। ਸੂੰਗਤ ਹੀ ਤਿਸ ਤੇ ਹਟਿਓ, ਜਦੋਂ ਉਸ ਕੂਕਰ ਨੇ ਇਹ ਦਹੀਂ ਨੂੰ ਸੂੰਘਿਆ ਹੈ, ਮੁਖ ਤਨਕ ਨ ਲਾਈ, ਤੇ ਪਿਛਾਂ ਹਟ ਗਿਆ। ਥੋੜਾ ਜਿੰਨਾ ਵੀ ਇਸ ਦਹੀਂ ਨੂੰ ਉਸਨੇ ਮੂੰਹ ਨਹੀਂ ਲਾਇਆ, ਅਜ ਮਦ ਗੁਰ ਕੇ ਸੁਆਨ ਮਹ। ਕਿਉਂਕਿ ਗੁਰੂ ਸਾਹਿਬ ਦੀ ਨੇੜਤਾ ਮਿਲੀ ਹੈ। ਤੇ ਨੇੜਤਾ ਜਿਹਨੂੰ ਮਿਲ ਜਾਵੇ ਗੁਰੂ ਦੀ, ਉਹਦੇ ਉੱਤੇ ਵੀ ਗੁਰੂ ਬਖਸ਼ਿਸ਼ਾਂ ਕਰਦੇ ਨੇ, ਕਿਉਂਕਿ ਜਿਹਦੇ ਉੱਤੇ ਮਿਹਰ ਦੀ ਨਜ਼ਰ ਕਰ ਦੇਣ ਤੇ ਅਮੇ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ। ਝੂਠੋ ਨਿਤ ਖਾਹ, ਕਹਿੰਦੇ ਰੋਜ਼ਾਨਾ ਗੁਰੂ ਸਾਹਿਬ ਦਾ ਸ਼ੀਤ ਪ੍ਰਸ਼ਾਦ ਛਕਦਾ ਸੀ। ਤੇ ਜਿਹਨੂੰ ਸ਼ੀਤ ਪ੍ਰਸ਼ਾਦ ਗੁਰੂ ਦਾ ਰੋਜ਼ ਮਿਲਦਾ ਹੋਵੇ, ਸ਼ੀਤ ਪ੍ਰਸ਼ਾਦ ਹੁੰਦਾ ਹੈ ਗੁਰੂ ਸਾਹਿਬ ਦੇ ਛਕੇ ਹੋਏ ਭੋਜਨ ਵਿੱਚੋਂ ਕੁਝ ਕੁ ਕਿਣਕਾ ਮਿਲ ਜਾਣਾ। ਤੇ ਸਿੱਖਾਂ ਨੂੰ ਮਿਲੇ ਭਾਗਾ ਵਡਭਾਗਾ ਸਮਝਦੇ ਹਾਂ। ਤੇ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਇਹ ਬਚਨ ਪਹਿਲਾਂ ਹੀ ਕਹਿ ਦਿੱਤੇ ਸੀ, ਜਦ ਮਾਤਾ ਸੁਲੱਖਣੀ ਜੀ ਨੇ ਕਿਹਾ ਸੀ ਕਿ ਤੁਸੀਂ ਗੁਰਤਾ ਗੱਦੀ ਤਾਂ ਸੇਵਕ ਨੂੰ ਦਿੱਤੀ ਹੈ, ਪੁੱਤਰਾਂ ਦੇ ਹਿੱਸੇ ਕੀ ਆਇਆ? ਤੇ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਸਨ ਮਾਤਾ ਸੁਲੱਖਣੀ ਜੀ ਦੇ ਤਾਈਂ ਸ਼੍ਰੀ ਨਾਨਕ ਪ੍ਰਕਾਸ਼ ਅੰਦਰ ਦਰਜ ਨੇ, ਜਨਮ ਸਾਖੀ ਦੇ ਵਿੱਚ ਦਰਜ ਨੇ। ਸਤਿਗੁਰੂ ਜੀ ਕਹਿੰਦੇ, ਮਹਾਰਾਜ ਕਹਿੰਦੇ ਸੁਲੱਖਣੀ ਚਿੰਤਾ ਕਿਉਂ ਕਰਦੀ ਹੈ? ਗੁਰੂ ਘਰ ਦੇ ਕੂਕਰਾਂ ਵਿੱਚ ਵੀ ਕਰਾਮਾਤਾਂ ਵਰਤਿਆ ਕਰਨਗੀ। ਤੇ ਇਤਿਹਾਸ ਵਿੱਚ ਕਈ ਜਗ੍ਹਾ ਜ਼ਿਕਰ ਆਉਂਦਾ ਹੈ ਕਿ ਜਿਹੜੇ ਇੱਥੋਂ ਤੱਕ ਜਦੋਂ ਭਾਈ ਦਿਆਲ ਸਿੰਘ ਜੀ ਜਫਰਨਾਮਾ ਲੈ ਕੇ ਗਏ ਨਾ, ਤੇ ਔਰੰਗਜ਼ੇਬ ਦੇ ਸਾਹਮਣੇ ਉਦੋਂ ਵੀ ਇੱਕ ਕੂਕਰ ਹੀ ਕੀਤਾ ਸੀ। ਤੇ ਉਹ ਵੀ ਗੁਰੂ ਕੇ ਸਿੱਖ ਜਿਹਦੇ ਘਰੇ ਰਾਤ ਰੁਕੇ ਸਨ, ਉਹਦਾ ਕੂਕਰ ਬੁਲਾਇਆ ਸੀ। ਤੇ ਔਰੰਗਜ਼ੇਬ ਨੇ ਪੁੱਛਿਆ ਸੀ, ਕਹਿੰਦਾ ਤੁਹਾਡਾ ਗੁਰੂ ਕਰਾਮਾਤੀ ਹੈ? ਕਿਉਂਕਿ ਮੱਕੇ ਜਾਂਦਿਆਂ ਸੁਰਤ ਕਰਕੇ ਜਾਂਦਾ ਸੀ, ਬੜਾ ਪੱਕਾ ਨਮਾਜ਼ੀ ਸੀ। ਤੇ ਉੱਥੇ ਮਹਾਰਾਜ ਨੇ ਜਿੱਥੇ ਸੁਰਤ ਕਰਕੇ ਮੱਕੇ ਜਾਂਦਾ, ਉੱਥੋਂ ਰਸਤੇ 'ਚੋਂ ਰੋਕ ਕੇ ਕਿਹਾ ਸੀ ਸਾਡੇ ਸਿੱਖ ਆਏ ਨੇ, ਉਹਨਾਂ ਪਾਸੋਂ ਚਿੱਠੀ ਲੈ। ਕਿਉਂਕਿ ਜਿਹੜੇ ਇਹਦੇ ਸਿਪਾਹੀ ਸਨ, ਕਾਜੀ ਸਨ, ਉਹ ਮਿਲਣ ਨਹੀਂ ਸੀ ਦਿੰਦੇ। ਤੇ ਇਹਨੇ ਪੁੱਛਿਆ ਗੁਰੂ ਕਰਾਮਾਤੀ ਹੈ? ਤੇ ਭਾਈ ਦਿਆਲ ਸਿੰਘ ਨੇ ਉੱਤਰ ਦਿੱਤਾ ਸੀ ਕਰਾਮਾਤਾਂ ਤੇ ਗੁਰੂ ਕੇ ਕੂਕਰਾਂ 'ਚ ਵੀ ਵਰਤਦੀਆਂ,
ਕਹਿੰਦਾ ਮੈਂ ਨਹੀਂ ਮੰਨਦਾ, ਕਿਸ ਤਰ੍ਹਾਂ ਹੋ ਸਕਦਾ ਹੈ। ਤੇ ਭਾਈ ਦਿਆਲ ਸਿੰਘ ਨੇ ਦਿਖਾ ਦਿੱਤੀ ਸੀ। ਜਦੋਂ ਕੂਕਰ ਸਾਹਮਣੇ ਆਇਆ ਨਾ, ਜਿਹੜੇ ਸਿੱਖ ਦੇ ਘਰੇ ਰਹੇ ਸਨ, ਤੇ ਉਹ ਕੂਕਰ ਨੂੰ ਸਾਹਮਣੇ ਲਿਆਂਦਾ ਤੇ ਉਹਨੇ ਬੋਲ ਕੇ ਕਿਹਾ ਸੀ, ਕੂਕਰ ਨੇ ਔਰੰਗਜ਼ੇਬ ਦੇ ਸਾਹਮਣੇ, ਕਿ ਸਾਡੀ ਜੂਨ ਵਿੱਚੋਂ ਨਿਕਲਿਆ ਤੇ ਕਰਤੂਤ ਤੇਰੀ ਫੇਰ ਉਸੇ ਜੂਨ ਵਾਲੀ ਹੈ। ਆ ਮਨੁੱਖਾ ਦੇ ਹੀ ਛੱਡ ਤੇ ਫਿਰ ਹੁਣ ਸਾਡੀ ਜੂਨ 'ਚ ਹੀ ਆ ਜਾ। ਬਸ ਉਸ ਦਿਨ ਤੋਂ ਬਾਅਦ ਨੌਰੰਗਾ ਜਿਹੜਾ ਸੀ ਕਿਸੇ ਨੂੰ ਮੂੰਹ ਦਿਖਾਉਣ ਦੇ ਲਾਇਕ ਹੀ ਨਹੀਂ ਰਿਹਾ। ਹਾਲਾਤ ਉਹਦੇ ਐਸੇ ਹੀ ਹੋਏ। ਅੱਜ ਕਬਰ ਤੇ ਦੀਵਾ ਜਗਾਉਣ ਵਾਲਾ ਕੋਈ ਨਹੀਂ। ਜਦੋਂ ਸੱਤਾ ਦੇ ਵਿੱਚ ਆ ਜਾਂਦਾ ਹੈ, ਮਹਾਰਾਜ ਦੇ ਪਾਵਨ ਬਚਨ ਨੇ, ਤਪੂ ਰਾਜ ਤੇ ਰਾਜੋ ਨਰਕ। ਬਹੁਤ ਘੱਟ ਲੋਕ ਐਸੇ ਨੇ ਜਿਹੜੇ ਧਰਮੀ ਰਾਜ ਹੁੰਦਿਆਂ ਹੋਇਆਂ ਧਰਮ ਨੂੰ ਕਾਇਮ ਰੱਖ ਸਕਣ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਰਗੇ ਜੋ ਮਹਾਰਾਜੇ ਹੋਏ ਨੇ, ਜਿਨ੍ਹਾਂ ਨੂੰ ਅੱਜ ਤੱਕ ਸਾਰਾ ਸੰਸਾਰ ਯਾਦ ਕਰਦਾ ਰਹੋ ਵਿਚਾਰ। ਉਸ ਵੇਲੇ ਜਿਹੜਾ ਕੂਕਰ ਸੀ, ਗੁਰੂ ਸਾਹਿਬ ਜੀ ਨੇ ਕੋਲ ਬੁਲਾਇਆ, ਆਪਣੇ ਹੱਥਾਂ ਦੇ ਨਾਲ ਮਹਾਰਾਜ ਜੀ ਨੇ ਉੱਦਾਂ ਹੀ ਜਿਹੜਾ ਸੀ ਕੂਕਰ ਦੇ ਬਰਤਨ ਦੇ ਵਿੱਚ ਪਾ ਦਿੱਤਾ। ਜਦੋਂ ਕੂਕਰ ਨੇ ਮੂੰਹ ਆਪਣਾ ਲਾਗੇ ਕੀਤਾ ਤੇ ਪਿਛਾਂ ਹਟ ਗਿਆ, ਕਿਉਂਕਿ ਗੁਰੂ ਸਾਹਿਬ ਦਾ ਸ਼ੀਤ ਪ੍ਰਸ਼ਾਦ ਰੋਜ਼ ਖਾਂਦਾ ਸੀ। ਇਹਨੂੰ ਸੋਝੀ ਸੀ ਕਿ ਦਹੀਂ ਜਿਹੜਾ ਇਹ ਵਿਹੋ ਵਾਲਾ ਹੈ। ਵਿਖ ਜਾਨੀ ਅਚ ਵੀ ਨਹੀਂ। ਹਾਂ, ਇਹ ਜਾਣ ਕੇ ਕਿ ਇਹਦੇ ਵਿੱਚ ਵਿਹੋ ਜ਼ਹਿਰ ਹੈ, ਇਸ ਕਰਕੇ ਕੂਕਰ ਨੇ ਇਹ ਦਹੀਂ ਨਹੀਂ ਖਾਦਾ। ਗੁਰ ਕੋ ਸਮਝਾ ਹੈ। ਤੇ ਪਰ ਗੁਰੂ ਸਾਹਿਬ ਜੀ ਨੇ ਆਪਣੇ ਨੇਤਰਾਂ ਦੇ ਨਾਲ ਇਸ ਕੂਕਰ ਨੂੰ ਇਸ਼ਾਰਾ ਕਰ ਦਿੱਤਾ। ਇਸ਼ਾਰਾ ਮਹਾਰਾਜ ਨੇ ਕੀਤਾ। ਜਦੋਂ ਇਸ਼ਾਰਾ ਹੀ ਗੁਰੂ ਸਾਹਿਬ ਦਾ ਹੋ ਗਿਆ, ਫਿਰ ਸਾਰੀ ਕਾਇਨਾਤ ਉਸ ਪਰਮੇਸ਼ਰ ਦੇ ਹੁਕਮ 'ਚ ਨੱਥੀ ਚੱਲ ਰਹੀ ਹੈ। ਇਹਨੇ ਕਿੱਥੋਂ ਇਨਕਾਰੀ ਹੋਣਾ ਸੀ। ਨਾਲੇ ਜਿਹੜੇ ਗੁਰੂ ਦੇ ਨੇੜੇ ਰਹਿੰਦੇ ਨੇ ਹੁਕਮ ਤੋਂ ਬਾਹਰ ਨਹੀਂ ਹੁੰਦੇ। ਮਹਾਰਾਜ ਨੇ ਇਸ਼ਾਰੇ ਨਾਲ ਸਮਝਾ ਦਿੱਤਾ ਕਿ ਸਾਡਾ ਹੁਕਮ ਹੈ, ਖਾ, ਤੇਰੀ ਅਧੋਗਤੀ ਨਹੀਂ ਹੋਵੇਗੀ। ਹੁਣ ਤੂੰ ਇੱਥੋਂ ਤੇਰੀ ਕਲਿਆਣ ਹੋ ਜਾਣੀ ਹੈ, ਪਰ ਇਸ ਪਾਪੀ ਦਾ ਪਾਪ ਸਾਹਮਣੇ ਲਿਆਣਾ ਹੈ। ਮਹਾਰਾਜ ਦੇ ਜਦੋਂ ਨੇਤਰਾਂ ਵਾਲੇ ਇਸਨੇ ਦੇਖਿਆ, ਸਿਰ ਹਿਲਾਏ ਖਰਕਾਏ ਕਾ। ਉਸ ਵੇਲੇ ਇਹ ਸਮਝ ਗਿਆ ਗੁਰੂ ਸਾਹਿਬ ਜੀ ਦੇ ਇਸ਼ਾਰੇ ਨੂੰ। ਇਹਨੇ ਆਪਣੇ ਪਹਿਲਾਂ ਤੇ ਜਿਹੜਾ ਸੀ ਨੇ ਸਿਰ ਫੇਰ ਦਿੱਤਾ, ਆਪਣੇ ਕੰਨ ਹਿਲਾ ਦਿੱਤੇ। ਆਪਣੇ ਜੁਗ ਕਾਨਾ। ਆਪਣੇ ਦੋਵੇਂ ਕੰਨ ਹਿਲਾਏ ਹਨ। ਵਿਖ ਸਮੇਤ ਇਹ ਦਦੀ ਹੈ। ਸਮਝਾ ਰਿਹਾ ਹੈ ਕਿ ਦਹੀਂ ਦੇ ਵਿੱਚ ਵਿਹੋ ਜ਼ਹਿਰ ਹੈ, ਮੈਂ ਕਰੋ ਨਾ ਖਾਨਾ। ਇਸ ਕਰਕੇ ਦਹੀਂ ਜਿਹੜਾ ਇਹ ਖਾਣ ਲਾਇਕ ਨਹੀਂ ਹੈ। ਆਪਗਤ ਮੇਰੀ ਹੋਏਗੀ। ਤੇ ਜੇ ਇਹ ਜ਼ਹਿਰ ਵਾਲਾ ਦਹੀਂ ਖਾਵਾਂਗਾ, ਕਿਤੇ ਅਧੋਗਤੀ ਨੂੰ ਜਾਵਾਂ, ਕਿਤੇ ਮੇਰੀ ਦੁਰਦਸ਼ਾ ਹੋ ਜਾਵੇ। ਖੋਟੀ ਮ੍ਰਿਤੂ ਪਾਵੈ। ਇਹ ਬੜੀ ਮਾੜੀ ਮੌਤ ਜਿਹੜੀ ਮੈਨੂੰ ਇੱਥੇ ਮਿਲ ਰਹੀ ਹੈ। ਦੁਸ਼ਟ ਦਜਾ ਤਮ ਕੀ ਕ੍ਰਿਤ। ਕਿਉਂਕਿ ਇਹ ਦੁਸ਼ਟ ਪਾਪੀ ਨੇ ਬਹੁਤ ਮਾੜਾ ਕਰਮ ਕੀਤਾ ਸੀ। ਕੈਸੇ ਇਸ ਖਾਵੋਂ। ਤੇ ਕਿਸ ਤਰ੍ਹਾਂ ਇਸ ਦੁਸ਼ਟ ਦਾ ਪਾਇਆ ਹੋਇਆ ਜ਼ਹਿਰ ਵਾਲਾ ਦਹੀਂ ਮੈਂ ਖਾ ਸਕਾਂ। ਰਿਆ ਕਰਤ ਕੋ ਪਰਖ ਕਾ। ਤੇ ਉਸ ਵੇਲੇ ਇਹ ਸਾਰੀ ਗੱਲ ਨੂੰ ਪਰਖ ਕੇ ਗੁਰਬਾਕ ਅਲਾਈ। ਸਤਿਗੁਰੂ ਜੀ ਸਮਝ ਗਏ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਤਰ੍ਹਾਂ ਕਿਹਾ, ਤੂੰ ਹਮਰੇ ਨਿਤ ਸੰਗ ਹੈ। ਮਹਾਰਾਜ ਜੀ ਨੇ ਕਿਹਾ ਕਿ ਤੂੰ ਤਾਂ ਸਾਡੇ ਹਮੇਸ਼ਾ ਸੰਗ ਹੈ, ਸਾਡੇ ਨੇੜੇ ਹੈ, ਸਦਾ ਹੀ ਤੈਨੂੰ ਸਾਡੀ ਨੇੜਤਾ ਮਿਲੇਗੀ। ਇਤ ਉਤ ਸਭ ਥਾਏ। ਇਤ ਤੋਂ ਭਾਵ ਹੁੰਦਾ ਹੈ ਲੋਕ, ਉਤ ਤੋਂ ਭਾਵ ਹੈ ਪਰਲੋਕ। ਜਿਹਨੂੰ ਇਸ ਲੋਕ ਵਿੱਚ ਗੁਰੂ ਨੇ ਆਪਣੀ ਨੇੜਤਾ ਦੇ ਦਿੱਤੀ, ਜਿਹੜੇ ਸਿੱਧੇ ਸੁਭਾਅ ਵਾਲੇ, ਸਿੱਧੇ ਸਾਦੇ ਜੀਵਨ ਵਾਲੇ, ਸੁੱਚੇ ਜੀਵਨ ਵਾਲੇ ਗੁਰੂ ਸਾਹਿਬ ਦੇ ਕੋਲ ਰਹਿ ਕੇ ਸੇਵਾਵਾਂ ਨਿਭਾ ਰਹੇ ਨੇ ਨਾ, ਜਿਨ੍ਹਾਂ ਨੂੰ ਇੱਥੇ ਗੁਰੂ ਸਾਹਿਬ ਨੇ ਨੇੜਤਾ ਦਿੱਤੀ, ਪਰਲੋਕ 'ਚ ਵੀ ਸਤਿਗੁਰੂ ਜ਼ਰੂਰ ਦੇਣਗੇ। ਇਹ ਮਹਾਰਾਜ ਜੀ ਨੇ ਪ੍ਰਤੱਖ ਨਿਸ਼ਾਨੀਆਂ ਦਿੱਤੀਆਂ ਨੇ ਉਹਨਾਂ ਦੀ। ਪਰ ਹੁਣ ਕੁਝ ਕਪਟੀ ਲੋਕ ਵੀ ਹਨ ਜਿਹੜੇ ਕਹਿੰਦੇ ਨੇ ਅਸੀਂ ਗੁਰੂ ਦੇ ਨੇੜੇ ਰਹਿੰਦੇ ਹਾਂ, ਪਰ ਅੰਦਰਲੀ ਜਿਹੜੀ ਬਿਰਤੀ ਹੈ ਉਹ ਲੋਭ ਵਾਲੀ ਧਾਰਨ ਕੀਤੀ ਹੈ। ਜਿਸ ਤਰ੍ਹਾਂ ਪ੍ਰਿਥੀ ਚੰਦ ਵੀ ਕਹਿੰਦਾ ਸੀ ਮੈਂ ਨੇੜੇ ਹਾਂ, ਸੋ ਇਸ ਤਰ੍ਹਾਂ ਜਿਹੜਾ ਖਡਾਵਾ ਸੀ ਇਹ ਵੀ ਕਹਿੰਦਾ ਸੀ ਮੈਂ ਗੁਰੂ ਦੇ ਨੇੜੇ ਰਹਿਣਾ, ਪਰ ਨੇੜੇ ਰਹਿ ਕੇ ਗੁਰੂ ਦਾ ਬਣ ਨਾ ਸਕਣਾ। ਜਿਸ ਮਾਲਕ ਨੇ ਇੰਨਾ ਕੁਝ ਦਿੱਤਾ ਹੋਵੇ, ਅੰਨ ਖਾਣਾ ਕੱਪੜ ਪਹਿਨਣ ਦੀ, ਪਰ ਜਦੋਂ ਕਿਤੇ ਗੁਰੂ ਨੂੰ ਲੋੜ ਪਵੇ ਤੇ ਉਸ ਵੇਲੇ ਆਪਣੀ ਜਾਨ ਬਚਾ ਕੇ ਪਿਛਾਂਹ ਨੂੰ ਹੋ ਜਾਣਾ, ਪਰ ਉਸ ਵੇਲੇ ਇਹ ਨੇੜਤਾ ਨਹੀਂ ਹੁੰਦੀ। ਨੇੜਤਾ ਤੇ ਹੁੰਦੀ ਹੈ ਗੁਰੂ ਦੇ ਬਚਨ ਨੂੰ, ਹੁਕਮ ਨੂੰ ਪ੍ਰਵਾਨ ਕਰ ਲੈਣਾ, ਹੁਕਮ ਦੇ ਵਿੱਚ ਰਹਿ ਕਰਕੇ ਜੀਵਨ ਬਤੀਤ ਕਰਨਾ। ਹੁਣ ਮਹਾਰਾਜ ਜੀ ਨੇ ਇਹਨੂੰ ਸਮਝਾ ਦਿੱਤਾ ਕਿ ਤੈਨੂੰ ਇੱਥੇ ਸਾਡੀ ਨੇੜਤਾ ਮਿਲੀ ਹੈ ਨਾ, ਤੇ ਤੂੰ ਜਿੱਥੇ ਵੀ ਜਾਵੇਂਗਾ, ਭਾਵੇਂ ਇਸ ਲੋਕ ਹੈ ਤੇ ਭਾਵੇਂ ਪਰਲੋਕ ਹੈ, ਤੂੰ ਸਾਡੇ ਹਮੇਸ਼ਾ ਪਾਸ ਹੀ ਰਹੇਗਾ। ਨਹਿ ਬਿਸ਼ਰੈ ਸ਼ੁਭ ਹੋਏ ਗਤ। ਕਦੇ ਵੀ ਤੇਰਾ ਸਾਡੇ ਤੋਂ ਵਿਛੋੜਾ ਨਹੀਂ ਹੋਵੇਗਾ ਤੇ ਤੇਰੀ ਸੋਹਣੀ ਕਲਿਆਣ ਹੋਵੇਗੀ। ਜਿਸ ਤਰ੍ਹਾਂ ਧੰਨ ਗੁਰੂ ਕਲਗੀਧਰ ਸਾਹਿਬ ਮਹਾਰਾਜ ਜਿਸ ਸਮੇਂ ਸੱਚਖੰਡ ਪਿਆਨਾ ਕਰਦੇ ਨਾ, ਮਹਾਰਾਜ ਜੀ ਨੇ ਕੁਮੈਤ ਘੋੜਾ ਜਿਹੜਾ ਸੀ ਆਪਣੇ ਨਾਲ ਹੀ ਸੱਚਖੰਡ ਨੂੰ ਖੜਿਆ। ਸੰਗਤ ਜੀ, ਇਹ ਉੱਥੋਂ ਦਾ ਇਤਿਹਾਸ ਹੈ।
ਸੋ ਜਿਹਨੂੰ ਗੁਰੂ ਦੀ ਨੇੜਤਾ ਮਿਲੀ ਹੋਵੇ, ਭਾਵੇਂ ਉਹ ਗੁਰੂ ਦੀ ਸੇਵਾ 'ਚ ਲੱਗਾ ਹੋਵੇ ਨਾ, ਤੇ ਗੁਰੂ ਸਾਹਿਬ ਉਹਨੂੰ ਆਪਣੇ ਤੋਂ ਦੂਰ ਨਹੀਂ ਜਾਣ ਦਿੰਦੇ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਗੁਰਦੇਵ ਕਹਿੰਦੇ ਨੇ ਭਾਵੇਂ ਲੋਕ ਹੈ ਭਾਵੇਂ ਪਰਲੋਕ ਹੈ, ਤੂੰ ਸਾਡੇ ਹਮੇਸ਼ਾ ਨੇੜੇ ਹੀ ਰਵੇਂਗਾ, ਤੂੰ ਸਾਡੇ ਕੋਲ ਰਹੇਂਗਾ, ਤੇਰੀ ਜਿਹੜੀ ਹੈ ਉਹ ਕਲਿਆਣ ਹੋਵੇਗੀ। ਸੰਦੇਹ ਨਾ ਕੀਜਾ, ਇਸ ਲਈ ਤੂੰ ਆਪਣੇ ਮਨ ਵਿੱਚ ਸੰਦੇਹ ਸ਼ੰਕਾ ਨਾ ਕਰ। ਹੁਣ ਇਹ ਵਾਰਤਾ ਗੁਰੂ ਸਾਹਿਬ ਦੀ ਜਿਹੜਾ ਨੇੜੇ ਰਹਿਣ ਵਾਲਾ ਪਿਸਤਾ ਕੂਕਰ ਸੀ ਉਹਦੇ ਨਾਲ ਮਹਾਰਾਜ ਜੀ ਨੇ ਕੀਤੀ ਹੈ, ਪਰ ਇਸ ਵਾਰਤਾ ਨੂੰ ਆਮ ਮਨੁੱਖ ਸਮਝ ਨਹੀਂ ਸੀ ਸਕਦੇ। ਹੁਣ ਗੁਰੂ ਸਾਹਿਬ ਜੀ ਨੇ ਜਿਸ ਤਰ੍ਹਾਂ ਇਹਨੂੰ ਸਮਝਾਇਆ, ਮਨ ਹੀ ਮਨ ਇਹਨੂੰ ਸਮਝਾ ਦਿੱਤਾ ਹੈ। ਵਿਦਤਾ ਕਪਟ ਜੇ ਦੁਸ਼ਟ ਹੋਵੇ, ਪਰ ਇਸ ਦੁਸ਼ਟ ਦਾ ਜਿਹੜਾ ਕਪਟ ਹੈ ਉਹ ਇਸ ਤਰ੍ਹਾਂ ਵਿਦਤ ਪ੍ਰਗਟ ਹੋਵੇਗਾ। ਕਈ ਵਾਰੀ ਦੁਨੀਆ 'ਚ ਇਉਂ ਆਮ ਮਨੁੱਖਾਂ ਦੇ ਮਨਾਂ ਵਿੱਚ ਭੁਲੇਖਾ ਰਹਿੰਦਾ ਹੈ ਕਿ ਜੇ ਗੁਰੂ ਦੇ ਨੇੜੇ ਸੀ ਤੇ ਇਹਦੇ ਸਰੀਰ ਦੇ ਉੱਤੇ ਇੰਨਾ ਦੁੱਖ ਕਿਉਂ ਆਇਆ। ਅਸਲ ਵਿੱਚ ਸੁਖੀ ਕਿਹੜਾ ਹੈ ਜੀ? ਸੰਸਾਰ ਵਿੱਚ ਇੱਕ ਸਾਰੇ ਜੀਵਨ ਵਿੱਚ ਹੀ ਦੁਖੀ ਹੋ ਕਰਕੇ ਮਰਦੇ ਹਨ, ਪਰ ਇੱਕ ਗੁਰੂ ਦੇ ਪਿਆਰ ਵਾਲੇ, ਗੁਰੂ ਕੇ ਸਿੱਖ, ਗੁਰੂ ਕੀ ਖੁਸ਼ੀ ਲੈਣ ਵਾਲੇ, ਉਹਨਾਂ ਦੇ ਤਨ ਦੇ ਉੱਤੇ ਭਾਵੇਂ ਕਿਸੇ ਤਰ੍ਹਾਂ ਦੇ ਕਸ਼ਟ ਦੁੱਖ ਦਿਖਣ, ਪਰ ਮਨ ਕਰਕੇ ਉਹ ਸਦਾ ਚੜ੍ਹਦੀ ਕਲਾ ਵਿੱਚ ਹੁੰਦੇ ਨੇ। ਇਹ ਲੋਕ ਵੀ ਉਹਨਾਂ ਦਾ ਸਫਲਾ ਤੇ ਪਰਲੋਕ ਵੀ ਉਹਨਾਂ ਦਾ ਸੁਹੇਲਾ ਹੁੰਦਾ ਹੈ। ਇਸ ਕਰਕੇ ਮਹਾਰਾਜ ਜੀ ਨੇ ਇਹਨੂੰ ਸਮਝਾ ਦਿੱਤਾ। ਸਾਰੀ ਗੱਲ ਇਹਦੇ ਸਮਝ ਵਿੱਚ ਆ ਗਈ ਹੈ। ਦਦ ਅਬ ਸਭ ਪੀਜਾ, ਗੁਰਦੇਵ ਨੇ ਉਹ ਜਿਹੜਾ ਦਹੀਂ ਸੀ ਸਾਹਮਣੇ ਰੱਖ ਦਿੱਤਾ ਕਿ ਪਾਪੀ ਦਾ ਪਾਪ ਪ੍ਰਗਟ ਹੋ ਜਾਵੇ, ਸਾਹਮਣੇ ਆ ਜਾਵੇ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਮਹਾਰਾਜ ਨੇ ਸੀਸ ਦਿੱਤਾ ਨਾ, ਤੇ ਜਿਹੜਾ ਠੀਕਰਾ ਸੀ ਉਹ ਦਿੱਲੀ ਦੇ ਬਾਦਸ਼ਾਹ ਦੇ ਸਿਰ ਭੰਨਿਆ। ਕਈ ਵਾਰੀ ਗੁਰੂ ਕੇ ਪਿਆਰ ਵਾਲੇ, ਗੁਰੂ ਕੇ ਸਿੱਖ ਆਪ ਦੀਆਂ ਕੁਰਬਾਨੀਆਂ ਤਾਂ ਦੇ ਜਾਂਦੇ ਨੇ, ਲੋਕ ਕਹਿੰਦੇ ਖੱਟਿਆ ਕੀ, ਪਰ ਵੱਡਾ ਜਿਹੜਾ ਠੀਕਰਾ ਹੈ ਉਹ ਪਾਪੀਆਂ ਦੇ ਸਿਰ ਭੰਨਿਆ ਜਾਂਦਾ ਹੈ, ਜਿਹੜਾ ਸੰਸਾਰ ਵਿੱਚ ਉਹਨਾਂ ਦਾ ਪਾਪ ਪ੍ਰਗਟ ਹੋ ਜਾਂਦਾ। ਸੋ ਸੰਸਾਰ ਵਿੱਚ ਉਹਨਾਂ ਨੂੰ ਪ੍ਰਗਟ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਕੁਰਬਾਨੀਆਂ ਕੀਤੀਆਂ ਗਈਆਂ। ਰਹੋ ਵਿਚਾਰ, ਇਸ ਦੁਸ਼ਟ ਪਾਪੀ ਦਾ ਪਾਪ ਪ੍ਰਗਟ ਕਰਨ ਵਾਸਤੇ ਗੁਰਦੇਵ ਨੇ ਇਸ ਨੂੰ ਹੁਕਮ ਦੇ ਦਿੱਤਾ ਹੈ। ਇਸ ਪ੍ਰਕਾਰ ਗੁਰ ਤੇ ਸੁਣਤ, ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਪਾਸੋਂ ਸੁਣ ਕੇ ਤਜ ਮ੍ਰਿਤੂ ਕੋ ਤਰਾਸਾ, ਤੇ ਉਸ ਵੇਲੇ ਇਹਨੇ ਆਪਣਾ ਮ੍ਰਿਤੂ ਦਾ, ਮੌਤ ਦਾ ਜਿਹੜਾ ਡਰ ਸੀ ਉਹ ਛੱਡ ਦਿੱਤਾ। ਕਿਉਂਕਿ ਜੇ ਆਪਾਂ ਦੇਖੀਏ ਸੰਸਾਰ ਦੇ ਵਿੱਚ ਜੀਵਾਂ ਨਾਲੋਂ ਦੁਖੀ ਮਨੁੱਖ ਜ਼ਿਆਦਾ ਹੈ। ਕਾਰਨ ਜੇ ਦੇਖਣਾ ਹੋਵੇ ਤਾਂ ਸੁਸਾਈਡ ਦੇ ਕੇਸ ਮਨੁੱਖ ਦੇ ਦੇਖੇ ਜਾ ਸਕਦੇ ਨੇ। ਭਾਵੇਂ ਗੰਦਗੀ ਦਾ ਕੋਈ ਕੀੜਾ ਵੀ ਹੋਵੇ ਨਾ, ਉਹਨੂੰ ਕਦੇ ਦੇਖਿਆ ਹੈ ਕਿ ਆਪਣੇ ਪ੍ਰਾਣ ਦਿੰਦਾ ਹੋਵੇ, ਆਪਣੇ ਆਪ ਉਹ ਮਰਦਾ ਹੋਵੇ? ਜਿੰਨਾ ਮਰਜ਼ੀ ਉਹ ਮਾੜਾ ਕੀੜਾ ਦੇਖਣ ਨੂੰ ਹੈ, ਪਰ ਫਿਰ ਵੀ ਉਹ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰੇਗਾ, ਮੈਂ ਬਚ ਜਾਵਾਂ। ਪਰ ਬੰਦੇ ਨੂੰ ਇਹ ਸਰੀਰ ਦੀ ਕਦਰ ਨਹੀਂ, ਮਨੁੱਖਾ ਸਰੀਰ ਦੀ ਕਦਰ ਨਹੀਂ ਹੈ। ਤਾਂ ਹੀ ਉਹ ਇਹ ਪਹਿਲਾਂ ਤੇ ਆਪਣੇ ਮਨ ਮਰਜ਼ੀ ਅਨੁਸਾਰ ਕਰਮ ਕਰਦਾ ਹੈ, ਫਿਰ ਜਦੋਂ ਗੁਰੂ ਤੋਂ ਦੂਰ ਹੋ ਜਾਂਦਾ ਹੈ, ਅਕਾਲ ਪੁਰਖ ਪਰਮਾਤਮਾ ਤੋਂ ਦੂਰ ਜਾਂਦਾ ਹੈ, ਫਿਰ ਦਰ ਦੀਆਂ ਚੋਟਾਂ ਖਾਂਦਾ ਹੈ, ਤੇ ਜਦੋਂ ਦੁਖੀ ਹੁੰਦਾ ਹੈ ਤੇ ਫਿਰ ਇਹ ਆਪਣੀ ਜੀਵਨ ਲੀਲਾ ਆਪ ਆਪਣੇ ਹੱਥੀਂ ਖਤਮ ਕਰ ਲੈਂਦਾ ਹੈ। ਪਰ ਇੱਧਰ ਇਹ ਜਿਹੜਾ ਕੂਕਰ ਸੀ, ਜਦੋਂ ਗੁਰੂ ਸਾਹਿਬ ਜੀ ਦੀ ਰਜਾ ਇਹਨੂੰ ਹੁਕਮ ਹੋਇਆ, ਹੁਣ ਜਿਹੜਾ ਰਹਿੰਦਾ ਹੀ ਗੁਰੂ ਸਾਹਿਬ ਦੇ ਨੇੜੇ ਸੇਵਾ ਵਿੱਚ ਲੱਗਾ ਸੀ, ਉਸ ਵੇਲੇ ਨੇ ਗੁਰੂ ਸਾਹਿਬ ਦਾ ਇਸ਼ਾਰਾ ਪਾ ਕੇ ਆਪਣੀ ਮੌਤ ਦਾ ਜਿਹੜਾ ਡਰ ਸੀ ਉਹ ਦੂਰ ਕਰ ਦਿੱਤਾ ਹੈ। ਕਿਉਂਕਿ ਮੌਤ ਵੀ ਦੋ ਪ੍ਰਕਾਰ ਦੀ ਮੰਨੀ ਹੈ ਨਾ, ਆਮ ਮਨੁੱਖ ਵੀ ਮਰਦੇ ਨੇ ਤੇ ਸੂਰਮੇ ਜਿਹੜੇ ਨੇ ਉਹ ਵੀ ਰਜਾ ਵਿੱਚ ਰਹਿ ਕੇ ਆਪਣੇ ਤਨ ਦਾ ਬਲੀਦਾਨ ਤੱਕ ਦੇ ਜਾਂਦੇ ਨੇ। ਸੋ ਆਮ ਮਨੁੱਖ ਨੂੰ ਪੁੱਛਣ ਵਾਲਾ ਕੋਈ ਨਹੀਂ। ਇਹ ਸੰਸਾਰ ਵਿੱਚ ਅਨੇਕਾਂ ਹੀ ਆਉਂਦੇ ਨੇ, ਅਨੇਕਾਂ ਹੀ ਮਰ ਕੇ ਚਲੇ ਜਾਂਦੇ ਨੇ, ਪਰ ਜਿਹੜੇ ਆਪਣਾ ਆਪ ਪਰਉਪਕਾਰ ਵਾਸਤੇ ਲਾ ਜਾਂਦੇ ਨੇ, ਰਹਿੰਦੀ ਦੁਨੀਆ ਤੱਕ ਉਹ ਇਤਿਹਾਸ ਦੇ ਪੰਨਿਆਂ ਦੇ ਵਿੱਚ ਸੁਨਹਿਰੀ ਅੱਖਰਾਂ ਵਿੱਚ ਉਹਨਾਂ ਦੇ ਨਾਮ ਲਿਖੇ ਜਾਂਦੇ ਹਨ। ਸਰੋ ਵਿਚਾਰ, ਜਿਸ ਤਰ੍ਹਾਂ ਇਹ ਕੂਕਰ ਨੇ ਗੁਰੂ ਸਾਹਿਬ ਦਾ ਹੁਕਮ ਹੋਇਆ, ਉਸੇ ਵੇਲੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਮੌਤ ਦਾ ਜਿਹੜਾ ਡਰ ਸੀ ਉਹ ਦੂਰ ਕਰ ਦਿੱਤਾ। ਕਿਉਂਕਿ ਜੇ ਆਪਾਂ ਦੇਖੀਏ, ਜਿਹੜਾ ਮਾਲਕ ਦਾ ਸੇਵਕ ਹੈ, ਸੇਵਕ ਦੇ ਤਾਂ ਹੀ ਵੀ ਭਗਤ ਜੀ ਨੇ ਸ਼ਬਦ ਵਰਤੇ ਨੇ, ਕਬੀਰ ਕੂਕਰ ਰਾਮ ਕੋ ਮੁੱਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜਾ ਖਿੰਚੈ ਤੈਂ ਜਾਉ। ਕਿ ਮੈਂ ਵੀ ਉਸ ਮਾਲਕ ਦੇ ਦਰ ਦਾ ਕੂਕਰ ਹੀ ਹਾਂ ਨਾ, ਤੇ ਜਿੱਥੇ ਫਿਰ ਮੈਨੂੰ ਹੁਕਮ ਹੁੰਦਾ ਹੈ ਮੈਂ ਉਹੀ ਕਾਰ ਕਰਦਾ। ਪਰ ਇਹ ਭਾਵਨਾ ਵੀ ਉਹ ਰੱਖ ਸਕਦਾ ਜਿਹੜਾ ਮਾਲਕ ਦਾ ਬਣ ਗਿਆ। ਹੁਣ ਇਹ ਗੁਰੂ ਸਾਹਿਬ ਦਾ ਸੀ, ਗੁਰੂ ਸਾਹਿਬ ਦਾ ਹੁਕਮ ਹੋਇਆ, ਉਸ ਵੇਲੇ ਨੇ ਆਪਣੇ ਮਨ ਵਿੱਚੋਂ ਤਰਾਸ ਡਰ ਕੱਢ ਦਿੱਤਾ। ਪਰ ਵੱਡੀਆਂ ਵੱਡੀਆਂ ਦੁਹਾਈਆਂ ਦੇਣ ਵਾਲੇ, ਉਹਨਾਂ ਦੇ ਅੰਦਰ ਵੀ ਮੌਤ ਦਾ ਡਰ ਹੁੰਦਾ ਹੈ। ਪਰ ਜਿਹੜੇ ਕੌਮ ਦੇ
ਪਰਵਾਨੇ ਹਨ, ਪ੍ਰੇਮ ਕਰਨ ਵਾਲੇ, ਉਹ ਫਿਰ ਆਪਣੀਆਂ ਜਾਨਾਂ ਦੀ ਨਾ ਪਰਵਾਹ ਕਰਦਿਆਂ ਹੋਇਆਂ ਮੌਤ ਦਾ ਡਰ ਅੰਦਰੋਂ ਦੂਰ ਕਰ ਦਿੰਦੇ ਨੇ। ਉਹਨਾਂ ਦੇ ਅੰਦਰ ਐਸੀ ਭਾਵਨਾ ਬਣ ਜਾਂਦੀ ਕਿ ਅਸੀਂ ਰਜਾ ਤੇ ਗੁਰੂ ਦੀ ਵਿੱਚ ਰਹਿਣਾ ਹੈ ਨਾ, ਕਾਰ ਗੁਰੂ ਦੀ ਰਜਾ ਵਿੱਚ ਰਹਿ ਕੇ ਕਰਨੀ। ਜੇ ਹੁਕਮ ਹੋਇਆ, ਇਹ ਸਰੀਰ ਤਾਂ ਇਸ ਮਾਲਕ ਦੀ ਦਿੱਤੀ ਹੋਈ ਦਾਤ ਹੈ, ਤੇ ਫਿਰ ਜੇ ਹੁਕਮ ਹੋ ਗਿਆ ਹੁਣ ਪੰਜਾਂ ਤੱਤਾਂ ਨੂੰ ਤਿਆਗਣ ਦਾ, ਤੇ ਹੁਕਮ ਮੰਨ ਕੇ ਤਿਆਗ ਕੇ ਇਹਨਾਂ ਪੰਜਾਂ ਤੱਤਾਂ ਨੂੰ ਤੇ ਗੁਰੂ ਵਿੱਚ ਅਭੇਦ ਹੋ ਜਾਂਦੇ ਨੇ, ਚਰਨਾਂ ਦੇ ਭੌਰੇ ਬਣ ਜਾਂਦੇ ਨੇ। ਗੁਰੂ ਸਾਹਿਬ ਦਾ ਹੁਕਮ ਹੋਇਆ, ਉਸ ਵੇਲੇ ਮੌਤ ਦਾ ਡਰ ਇਹਨੇ ਆਪਣੇ ਅੰਦਰੋਂ ਕੱਢ ਦਿੱਤਾ ਹੈ। ਬਿਨ ਬਿਲੰਬ ਸਭ ਹੀ ਦਦੀ, ਬਿਨਾਂ ਦੇਰੀ ਤੋਂ ਇਸ ਨੇ ਸਾਰਾ ਜਿਹੜਾ ਦਹੀਂ ਸੀ ਪੀ ਕਰ ਤ੍ਰਿਪਤਾਸਾ, ਉਹ ਦਹੀਂ ਪੀ ਕੇ ਤ੍ਰਿਪਤ ਹੋ ਗਿਆ। ਬੈਠ ਗਈ ਗੰਗਾ ਨਿਕਟ, ਫਿਰ ਮਾਤਾ ਗੰਗਾ ਜੀ ਦੇ ਕੋਲ ਜਾ ਬੈਠਾ ਹੈ। ਦਿਜ ਦੁਸ਼ਟ ਬਿਠਾਵਾ, ਤੇ ਇਹ ਜਿਹੜਾ ਦੁਸ਼ਟ ਬ੍ਰਾਹਮਣ ਸੀ, ਜਿਹੜਾ ਜ਼ਹਿਰ ਦੇਣ ਵਾਸਤੇ ਆਇਆ ਸੀ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ, ਇਹਨੂੰ ਵੀ ਕੋਲ ਹੀ ਬਿਠਾ ਲਿਆ ਸਤਿਗੁਰਾਂ ਨੇ। ਅਪਰਦਾਸ ਸਿੱਖ ਪਾਸ ਗਾਣਾ, ਹੋਰ ਵੀ ਸਿੱਖ ਸੰਗਤਾਂ ਜਿਹੜੀਆਂ ਆਈਆਂ ਸੀ, ਜਿਹੜੇ ਸੇਵਕ ਸਨ, ਦਾਸ ਸੀ, ਉਹਨਾਂ ਨੂੰ ਬੈਠੇ ਤਿਸ ਥਾਵਾ, ਗੁਰੂ ਸਾਹਿਬ ਜੀ ਦੇ ਕੋਲ ਹੀ ਸਾਰੇ ਬੈਠ ਗਏ। ਹੇਰਤ ਬਿਸਮਤ ਚਿਤ ਸਮਸਤ, ਤੇ ਇਹ ਜਿਹੜਾ ਸੀ ਦੇਖ ਕੇ ਬਹੁਤ ਹੈਰਾਨ ਹੋਇਆ। ਕਾਰਨ ਕਿਆ ਹੋਈ, ਹਾਂ, ਹੇਰਤ ਬਿਸਮਤ ਚਿਤ ਸਮਸਤ, ਸਮਸਤ ਹੁੰਦਾ ਸਾਰੇ ਹੀ। ਮਾਤਾ ਗੰਗਾ ਜੀ ਬੈਠੇ ਨੇ, ਸਿੱਖ ਸੰਗਤਾਂ ਕੋਲ ਬੈਠੀਆਂ, ਦਾਸ ਸੇਵਕ ਬੈਠੇ ਨੇ, ਸਾਰੇ ਦੇਖ ਰਹੇ ਨੇ, ਵੇਖ ਕੇ ਹੈਰਾਨ ਹੁੰਦੇ ਨੇ ਕਿ ਕਾਰਨ ਕੀ ਬਣਿਆ ਹੈ। ਵਿਪਰ ਬਦਨ ਤਬ ਪੀਤ ਭਾ, ਜਿਹੜਾ ਇਹ ਪਾਪੀ ਦੁਸ਼ਟ ਖਿਡਾਵਾ ਸੀ, ਇਹਦੇ ਮੂੰਹ ਤੇ ਪਿਲੱਤਣ ਆ ਗਈ, ਕਿਉਂਕਿ ਜਿਹੜਾ ਧਰਮੀ ਹੈ ਉਹ ਤਾਂ ਡੋਲ ਹੋ ਕੇ ਬੈਠ ਜਾਂਦਾ ਹੈ, ਪਰ ਜਿਹੜਾ ਅਧਰਮੀ ਪਾਪੀ ਹੋਵੇ, ਲੋਭੀ ਹੋਵੇ, ਕਪਟੀ ਹੋਵੇ, ਜਦੋਂ ਦਾ ਪਾਪ ਸਾਹਮਣੇ ਆਉਣ ਲੱਗਦਾ ਹੈ ਨਾ, ਤੇ ਫਿਰ ਉਸ ਵੇਲੇ ਉਹਦੇ ਮੂੰਹ ਦੇ ਉੱਤੇ ਪਿਲੱਤਣ ਛਾ ਜਾਂਦੀ, ਰੰਗ ਪੀਲਾ ਪੈ ਜਾਂਦਾ ਹੈ, ਕਿਉਂਕਿ ਉਹਦੇ ਪਾਪ ਹੀ ਉਹਨੂੰ ਡਰਾਉਂਦੇ ਹਨ। ਸਭ ਧੀਰਜ ਖੋਈ, ਇਸ ਦੁਸ਼ਟ ਨੇ ਆਪਣਾ ਧੀਰਜ ਛੱਡ ਦਿੱਤਾ। ਧਰਾ ਪ੍ਰਵੇਸ਼ਿਓ ਜਾਏ ਨਹਿ, ਬਸ ਸ਼ਰਮ ਦਾ ਮਾਰਾ ਹੁਣ ਕੀ ਕਰੇ, ਧਰਤੀ ਵਿੱਚ ਪ੍ਰਵੇਸ਼ ਹੀ ਨਹੀਂ ਸੀ ਹੋਇਆ ਜਾ ਰਿਹਾ। ਜਦੋਂ ਪਾਪੀ ਦਾ ਚੋਰ ਦੀ ਚੋਰੀ ਸਾਹਮਣੇ ਆ ਜਾਵੇ, ਸਾਰੇ ਲੋਕ ਦੇਖ ਰਹੇ ਹੋਣ, ਤੇ ਉਹਦੀ ਬਣੀ ਹੋਈ ਜਿਹੜੀ ਸਾਰੀ ਸਟੋਰੀ ਸਾਹਮਣੇ ਰੱਖੀ ਜਾਵੇ, ਤੇ ਫਿਰ ਉਹ ਸ਼ਰਮ ਦਾ ਮਾਰਾ ਹੁਣ ਕਰੇ ਕੀ। ਬਸ ਧਰਤੀ ਵਿੱਚ, ਇਸ ਜ਼ਮੀਨ ਦੇ ਵਿੱਚ ਸੋਚਦਾ ਸੀ ਮੈਂ ਆਪਣੇ ਆਪ ਨੂੰ ਦਫਨ ਕਰ ਲਾਂ, ਇਸ ਧਰਤੀ ਵਿੱਚ ਮੈਂ ਪ੍ਰਵੇਸ਼ ਹੋ ਜਾਵਾਂ, ਪਰ ਨਹੀਂ ਸੀ ਹੋਇਆ ਜਾਂਦਾ। ਨਭ ਉਡਿਓ ਨਾ ਜਾਈ, ਨਾ ਹੀ ਆਕਾਸ਼ ਵਿੱਚ ਉੱਡਿਆ ਜਾਂਦਾ ਸੀ। ਕਪਟ ਖੁਟਾਏ ਕ੍ਰਿਤੀ ਸਾਮਮ, ਇਸ ਛਲੀਏ ਦੀ ਕਪਟ ਜਿਹੜਾ ਸੀ ਉਹ ਸਾਹਮਣੇ ਆ ਰਿਹਾ ਹੈ। ਸਭ ਹੂੰ ਲਖ ਪਾਈ, ਸਾਰੇ ਇਹਦਾ ਕਪਟ ਜਿਹੜਾ ਸੀ ਪਾਪ ਜਾਣ ਗਏ। ਧਰਮ ਮੁਖ ਮੌਨ ਬਿਲੋਕਤੇ, ਇਹ ਮੂੰਹੋਂ ਚੁੱਪ ਹੋ ਗਿਆ ਤੇ ਆਪਣੇ ਨੇਤਰਾਂ ਨਾਲ ਸਭ ਕੁਝ ਦੇਖ ਰਿਹਾ ਸੀ। ਬੋਲਤ ਨਹਿ ਕੋਈ, ਕੋਈ ਵੀ ਬੋਲ ਇਹ ਨਹੀਂ ਸੀ ਮੁਖੋਂ ਆ ਰਿਹਾ। ਅੰਤਰ ਜਾਮੇ ਧਨ ਗੁਰ, ਅੰਤਰਜਾਮੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ। ਔਰ ਸਭ ਸੁਧ ਹੋਈ, ਤੇ ਸਤਿਗੁਰਾਂ ਦੇ ਹਿਰਦੇ ਵਿੱਚ ਸਾਰੀ ਖਬਰ ਹੋਈ, ਕਿਉਂਕਿ ਗੁਰਦੇਵ ਤਾਂ ਅੰਤਰਜਾਮੀ ਨੇ। ਤੇ ਮਹਾਰਾਜ ਆਮ ਮਨੁੱਖ ਵੀ ਦੇਖ ਕੇ ਇਹਦੇ ਵੱਲ ਸਮਝ ਰਿਹਾ ਸੀ ਕਿ ਇਹ ਕੋਈ ਮਾੜਾ ਕੰਮ ਕਰਨ ਆਇਆ ਹੈ, ਕਿਉਂਕਿ ਚਿਹਰੇ ਦਾ ਰੰਗ ਉੱਡ ਗਿਆ। ਤੇ ਬਸ ਸੋਚਦਾ ਸੀ ਜਾਂ ਤੇ ਧਰਤੀ 'ਚ ਵੜ ਜਾ ਜਾਂ ਆਕਾਸ਼ ਵੱਲ ਉੱਡ ਜਾਵਾਂ। ਬੈਠਾ ਨਹੀਂ ਸੀ ਸਾਰਿਆਂ ਸਾਹਮਣੇ ਜਾਂਦਾ, ਮੂੰਹੋਂ ਕੋਈ ਬੋਲ ਨਹੀਂ ਸੀ ਨਿਕਲ ਰਿਹਾ। ਘਟੀ ਏਕ ਮੈਂ ਸੁਆਨ ਸੋ, ਇੱਕ ਘੜੀ ਦੇ ਵਿੱਚ ਜਿਹੜਾ ਕੂਕਰ ਸੀ ਗਿਰ ਪਰਿਓ ਜੋ ਠਾਂਡਾ, ਤੇ ਜਿਹੜਾ ਖੜਾ ਸੀ ਆਪਣੀਆਂ ਲੱਤਾਂ ਦੇ ਭਾਰ ਉਹ ਧਰਤੀ ਤੇ ਡਿੱਗ ਪਿਆ। ਤਰਫਤ ਮਾਰਤ ਪਗਨਮ ਕਹੋ, ਦੇਖਦਿਆਂ ਆਪਣੀ ਪੈਰ ਮਾਰਦਾ ਹੈ। ਜਿਸ ਤਰ੍ਹਾਂ ਕੋਈ ਜੀਵ ਜਦੋਂ ਦੀ ਜਾਨ ਨਿਕਲਦੀ ਹੈ, ਇਸ ਤਰ੍ਹਾਂ ਫਿਰ ਇਹ ਕੂਕਰ ਜਿਹੜਾ ਸੀ ਉਹ ਆਪਣੇ ਪੈਰ ਹਿਲਾਉਂਦਾ ਹੈ। ਸੰਕਟ ਬੜ ਬਾਡਾ, ਜਿਸ ਤਰ੍ਹਾਂ ਦੇਖਣ ਵਿੱਚ ਆ ਰਿਹਾ ਕਿ ਬੜਾ ਇਹਦੇ ਤੇ ਸੰਕਟ ਆਇਆ ਹੋਵੇ, ਪਰ ਜਿਹੜੇ ਰਜਾ ਵਿੱਚ ਰਹਿ ਕੇ ਪੰਜ ਭੌਤਿਕ ਸਰੀਰ ਛੱਡ ਦਿੰਦੇ ਨੇ, ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਨ, ਜੇ ਤਨ ਦਿੱਤਿਆਂ ਹਰ ਮਿਲੇ ਤਾਂ ਵੀ ਸਸਤਾ ਜਾਨ। ਇਹ ਆਮ ਮਨੁੱਖਾਂ ਦੀ ਗੱਲਾਂ ਸਮਝ ਵਿੱਚ ਨਹੀਂ ਨੇ। ਇਹ ਤਾਂ ਜਿਹੜੇ ਸਾਡੇ ਵੱਡ ਵਡੇਰਿਆਂ ਨੇ ਇਤਿਹਾਸ ਰਚੇ ਨੇ, ਜਿਨ੍ਹਾਂ ਨੂੰ ਆਪਾਂ ਹਰ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹਾਂ ਨਾ, ਇਹ ਉਹਨਾਂ ਦੇ ਲਿਖੇ ਹੋਏ ਤਵਾਰੀਖ ਦੇ ਪੰਨੇ ਨੇ ਕਿ ਉਹ ਗੁਰੂ ਦੇ ਨਾਲ ਸਨੇਹੀ ਇੰਨਾ ਕਰਦੇ ਸਨ ਕਿ ਹਰ ਹੀਰਿਆਂ ਦੀ ਕੋਠੜੀ, ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਨ, ਜੇ ਤਨ ਦਿੱਤਿਆਂ ਹਰ ਮਿਲਾ ਤਾਂ ਵੀ ਸਸਤਾ ਜਾਨ। ਕਿ ਪਰਮੇਸ਼ਰ ਅਕਾਲ ਪੁਰਖ ਜਿਹੜਾ ਹੈ ਉਹ ਹੀਰਿਆਂ ਦੀ ਖਾਨ ਹੈ, ਇਹ ਤਨ ਤਾਂ ਗੰਦਗੀ ਦੀ ਕੋਠੜੀ ਹੈ। ਤੇ ਜੇ ਇਹ ਗੰਦਗੀ ਦੀ ਕੋਠੜੀ ਭੰਨਿਆ, ਇਹਦੇ ਖਤਮ ਹੋਇਆ, ਨਾਸ਼ ਹੋਇਆ, ਉਹ ਪਰਮਾਤਮਾ ਦੀ ਪ੍ਰਾਪਤੀ ਹੋ ਰਹੀ ਹੋਵੇ, ਇਹ ਸੌਦਾ ਤੇ ਬਹੁਤ ਸਸਤਾ ਹੈ। ਇਹ ਕੀਤਾ ਵੀ ਸਾਡੇ ਵੱਡੇ ਵਡੇਰਿਆਂ ਨੇ।
ਕਿ ਅਜੋਕੇ ਸਮੇਂ ਦੇ ਬੁੱਧੀਜੀਵੀ ਇਹ ਗੱਲ ਨੂੰ ਨਹੀਂ ਸਮਝ ਸਕਦੇ, ਜਿਹੜੇ ਐਸ਼ੋ ਆਰਾਮ ਵਿੱਚ ਵੀ ਜ਼ਿੰਦਗੀ ਬਤੀਤ ਕਰ ਰਹੇ ਹੋਣ, ਉਹਨਾਂ ਦੇ ਗੱਲਾਂ ਕਿੱਥੇ ਦਿਮਾਗ ਵਿੱਚ ਪੈਂਦੀਆਂ। ਸੁਰਵ ਵਿਚਾਰ ਉਸ ਵੇਲੇ ਦੇਖਣ ਵਿੱਚ ਇਉਂ ਮਹਿਸੂਸ ਹੋ ਰਿਹਾ ਕਿ ਇਹਦੇ ਪੈਰ ਹਿੱਲ ਰਹੇ ਨੇ, ਇਹ ਤੜਫਦਾ ਹੋਵੇ। ਲਾਂਗੁਲ ਐਠਤ ਬੈਠ ਕਬ, ਆਪਣੀ ਜਿਹੜੀ ਪੂੰਛ ਸੀ ਅਕੜਾਉਂਦਾ ਹੈ ਤੇ ਫਿਰ ਬੈਠਦਾ ਹੈ, ਬੈਠਤ ਘਰ ਜਾਈ, ਤੇ ਬਾਰ-ਬਾਰ ਘਰ ਨੂੰ ਅੰਦਰ ਜਾਂਦਾ ਹੈ। ਸ਼ਬਦ ਕਰਤ ਕਬ ਆਏ ਕੈ, ਹਾਂ, ਕਦੇ ਆ ਕੇ ਕੋਲ ਆਪਣੇ ਮੂੰਹੋਂ ਆਵਾਜ਼ ਕੱਢਦਾ ਹੈ, ਆਗੈ ਲਿਟ ਜਾਈ, ਫਿਰ ਸਤਿਗੁਰੂ ਜੀ ਦੇ ਅੱਗੇ ਆ ਕੇ ਲੇਟ ਜਾਂਦਾ ਹੈ। ਲਾਲ ਬਲੋਚਨ ਹੋਏ ਗਏ, ਇਸ ਦੀਆਂ ਜਿਹੜੀਆਂ ਅੱਖਾਂ ਸਨ, ਨੇਤਰ ਸੀ, ਉਹ ਲਾਲ ਹੋ ਗਏ। ਵਿਆਕੁਲਤਾ ਪਾਈ, ਦੇਖਣ ਵਿੱਚ ਬੜੀ ਸਰੀਰ ਦੀ ਵਿਆਕੁਲਤਾ ਦਿਸ ਰਹੀ ਹੈ। ਇਸ ਪ੍ਰਕਾਰ ਸੰਕਟ ਲਹਿਓ, ਇਸ ਤਰ੍ਹਾਂ ਵੱਡਾ ਸੰਕਟ ਜਿਹੜਾ ਸੀ ਇਸ ਕੂਕਰ ਦੇ ਉੱਤੇ ਦਿਸਦਾ ਹੈ। ਸਭ ਕੀ ਅਗਵਾਈ, ਸਾਰਿਆਂ ਦੇ ਸਾਹਮਣੇ ਦੇਖਦਿਆਂ ਦੇਖਦਿਆਂ ਕੇਤਿਕ ਚਿਰ ਮਹਿ ਮਰ ਰਹਿਓ, ਕੁਝ ਕੁ ਸਮੇਂ ਦੇ ਵਿੱਚ ਜਿਹੜਾ ਕੂਕਰ ਸੀ, ਇਹਦੇ ਪ੍ਰਾਣ ਨਿਕਲ ਗਏ। ਮੁਖ ਦੀਨ ਪਸਾਰੇ, ਤੇ ਆਪਣਾ ਜਿਹੜਾ ਮੁਖ ਸੀ ਇਹਨੇ ਸਾਹਮਣੇ ਰੱਖਿਆ ਸਤਿਗੁਰਾਂ ਦੇ। ਦੰਤ ਨਿਕਾਸੇ ਵਹਿਰ ਕੋ, ਇਹਦੇ ਜਿਹੜੇ ਦੰਦ ਸਨ ਬੜੇ ਸੁੰਦਰ ਦਿਸਦੇ ਸੀ, ਗਿਰ ਗੁਰੂ ਅਗਾਰੇ, ਪਰ ਗੁਰੂ ਸਾਹਿਬ ਦੇ ਅੱਗੇ ਪ੍ਰੇਮ ਦਾ ਬੱਝਾ ਹੋਇਆ, ਹੁਕਮ ਦਾ ਬੱਝਾ ਹੋਇਆ, ਗੁਰੂ ਦੀ ਰਜ਼ਾ ਵਿੱਚ ਰਹਿੰਦਿਆਂ ਹੋਇਆਂ ਇਹਨੇ ਆਪਣੇ ਪ੍ਰਾਣ ਦਿੱਤੇ। ਤੇ ਸਤਿਗੁਰੂ ਜੀ ਦੇ ਚਰਨਾਂ ਦੇ ਕੋਲ ਹੀ ਇਹ ਜਿਹੜਾ ਸੀ, ਇਹਨੇ ਆਪਣਾ ਇਹ ਪ੍ਰਾਣ ਜਿਹੜੇ ਸਰੀਰ ਚੋਂ ਦੇ ਦਿੱਤੇ। ਪਗ ਪੰਕਜ ਤਬੇ ਆਪਨੋ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਚਰਨ ਕਮਲ ਜਿਹੜਾ ਸੀ ਕੂਕਰ ਕੇ ਸ਼ਵਾਵਾ, ਮਹਾਰਾਜ ਦੇ ਕੋਲ ਚਰਨਾਂ ਦੇ ਪਿਆ, ਤੇ ਸਤਿਗੁਰਾਂ ਨੇ ਆਪਣੇ ਚਰਨਾਂ ਦੀ ਛੋਹ ਦਿੱਤੀ ਹੈ। ਭਾਗ ਸੀ ਨਾ ਇਹਦੇ, ਜਿਹਨੂੰ ਨੇੜਤਾ ਮਿਲੀ, ਅਖੀਰਲੇ ਸਮੇਂ ਗੁਰੂ ਦੇ ਚਰਨਾਂ ਦੀ ਛੋਹ ਮਿਲ ਗਈ। ਜਿਹੜੇ ਚਰਨਾਂ ਕਮਲਾਂ ਦੀ ਮੌਜ ਦੀ ਗੱਲ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਨਾ, ਜਦੋਂ ਪ੍ਰਤੱਖ ਗੁਰੂ ਦੇ ਚਰਨ ਕਮਲ ਜਿਹਨੂੰ ਮਿਲੇ ਹੋਣ, ਉਹਦੇ ਵੀ ਤਾਂ ਵੱਡੇ ਹੀ ਭਾਗ ਸੀ। ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿ ਬੇਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਉਹ ਚਰਨ ਕਮਲ ਦੀ ਮੌਜ, ਚਰਨਾਂ ਦੀ ਛੋਹ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਜਿਹਨੂੰ ਮਿਲੀ ਹੈ ਨਾ, ਉਹੀ ਪ੍ਰਵਾਨਿਕ ਹੋਏ ਨੇ, ਉਹੀ ਇਹਦੇ ਆਨੰਦ ਨੂੰ ਮਾਣ ਸਕਦੇ ਨੇ। ਇਸ ਤਰ੍ਹਾਂ ਗੁਰੂ ਸਾਹਿਬ ਨੇ ਇਹਨੂੰ ਆਪਣੇ ਚਰਨਾਂ ਦੀ ਛੋਹ ਦਿੱਤੀ ਹੈ। ਗਇਓ ਬਿਕੁੰਠ ਬਿਬਾਨ ਚੜ, ਹਾਂ, ਕਹਿੰਦੇ ਕਿ ਬਿਬਾਨ ਵਿੱਚ ਚੜ ਕੇ ਬਿਕੁੰਠ ਨੂੰ ਗਿਆ ਹੈ। ਇੱਥੇ ਮਨੁੱਖਾ ਸਰੀਰ ਲੈ ਕੇ ਸਾਰੀ ਉਮਰ ਪਸ਼ੂਆਂ ਵਾਲੇ ਕਰਮ ਕਰਕੇ ਨਰਕਾਂ ਦੇ ਭਾਗੀ ਬਣਦੇ ਨੇ, ਪਰ ਇਹ ਜਿਹੜਾ ਸੀ ਗੁਰੂ ਦੇ ਹੁਕਮ ਦੇ ਵਿੱਚ ਪ੍ਰਾਣ ਤਿਆਗ ਕੇ ਬਿਬਾਨ ਚੜ ਕੇ ਬੈਕੁੰਠ ਵਾਸੀ ਬਣਿਆ। ਉੱਤਮ ਪਦ ਪਾਵਾ, ਉੱਤਮ ਪਦਵੀ ਇਸ ਨੇ ਪਾਈ ਹੈ। ਉੱਤਮ ਪਦਵੀ ਤਾਂ ਉਹਨਾਂ ਦੀ ਹੁੰਦੀ ਜਿਹੜੇ ਰਜਾ ਵਿੱਚ ਰਹਿ ਕੇ ਜਾਂਦੇ ਹਨ। ਜੇ ਸਭ ਦੇਖਤ ਵਿਸਮਾਏਗੇ, ਇਹ ਕੌਤਕ ਦੇਖ ਕੇ ਜਿਹੜੇ ਸਾਰੇ ਸਿੱਖ ਸੀ ਹੈਰਾਨ ਹੋਏ। ਕਰ ਹਾਹਾਕਾਰਾ, ਸਾਰਿਆਂ ਦੇ ਵਿੱਚ ਗੱਲਾਂ ਹੋਣ ਲੱਗੀਆਂ, ਹਰ ਗੋਬਿੰਦ ਉਬਰੇ ਭਲੇ, ਪਰ ਸਾਰੇ ਸਮਝ ਗਏ। ਹਾਹਾਕਾਰ ਜੀ ਮਚ ਗਈ ਕਿ ਸ਼੍ਰੀ ਹਰਗੋਬਿੰਦ ਸਾਹਿਬ ਜੀ ਬਚ ਗਏ ਨੇ। ਜਨ ਸੁਖਦ ਉਦਾਰਾ, ਜੋ ਸੇਵਕਾਂ ਨੂੰ, ਦਾਸਾਂ ਨੂੰ ਬਹੁਤਾ ਸੁੱਖ ਦੇਣ ਵਾਲੇ ਨੇ, ਜਿਨ੍ਹਾਂ ਦੇ ਆਸਰੇ ਅਸੀਂ ਸਾਰੇ ਜੀਨੇ ਆ। ਇਹ ਜਿਹੜਾ ਜ਼ਹਿਰ ਵਾਲਾ ਦਹੀਂ ਸੀ, ਇਹ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਖਵਾਉਣ ਆਇਆ ਸੀ। ਇਸ ਲਈ ਗੁਰੂ ਸਾਹਿਬ ਜਿਹੜੇ ਨੇ ਉਹ ਬਚ ਗਏ ਨੇ, ਸ਼੍ਰੀ ਹਰਗੋਬਿੰਦ ਸਾਹਿਬ। ਇਸ ਗੱਲ ਦੀ ਸਿੱਖਾਂ ਨੂੰ ਖੁਸ਼ੀ ਹੈ। ਦੋਹਰਾ ਜਾਨ ਖੋਟ ਦਿਜ ਦੁਸ਼ਟ ਕੋ, ਹੁਣ ਇਸ ਦੁਸ਼ਟ ਦੀ ਖਡਾਵੇ ਦੀ ਖੋਟ ਸਾਰੇ ਜਾਣ ਗਏ। ਸ੍ਰੀ ਗੁਰੂ ਸਹਿ ਨਾ ਸਕਾਈ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜਦੋਂ ਕੋਈ ਗੁਰੂ ਦੇ ਪਿਆਰਿਆਂ ਨੂੰ ਦੁੱਖ ਦਿੰਦਾ ਹੈ ਨਾ, ਅਕਾਲ ਪੁਰਖ ਦੇ ਪਿਆਰਿਆਂ ਨੂੰ, ਉਹ ਫਿਰ ਨਹੀਂ ਸਹਾਰਦੇ। ਭਾਵੇਂ ਉਹ ਆਪਣੇ ਤਨ ਨੂੰ ਕੁਰਬਾਨ ਕਰ ਜਾਂਦੇ ਨੇ, ਕਿਉਂਕਿ ਇਹ ਹੈ ਹੀ ਸਰੀਰ ਨਾਸ਼ਵੰਤ, ਲਿਖੇ ਵਿੱਚ ਲਾ ਜਾਂਦੇ ਨੇ। ਕਈਆਂ ਨੇ ਭਗਤੀ ਕਰਕੇ ਸਰੀਰ ਲੇਖੇ ਵਿੱਚ ਲਾਏ, ਕਈਆਂ ਨੇ ਆਪਣੀਆਂ ਕੁਰਬਾਨੀਆਂ ਜਿਹੜੀਆਂ ਸੀ ਉਹ ਇਸ ਤਰ੍ਹਾਂ ਦੇ ਕੇ ਲੇਖੇ ਵਿੱਚ ਲੱਗੇ ਨੇ। ਪਰ ਜਿਹੜੇ ਪਾਪੀ ਪਾਪ ਕਰਦੇ ਨੇ, ਦੁਸ਼ਟ ਨੇ, ਉਹਨਾਂ ਦਾ ਇਹ ਦੁਸ਼ਟਪੁਣਾ ਫਿਰ ਅਕਾਲ ਪੁਰਖ ਨਹੀਂ ਸਹਾਰਦੇ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜਾਨ ਖੋਟ ਦਿਜ ਦੁਸ਼ਟ ਕੋ, ਸ਼੍ਰੀ ਗੁਰ ਸਹਿ ਨ ਸਕਾਏ। ਗੁਰੂ ਸਾਹਿਬ ਜੀ ਜਿਹੜੇ ਸਨ, ਉਹਨਾਂ ਨੇ ਇਹ ਜਿਹੜਾ ਦੁਸ਼ਟ ਦੀ ਖੁਟਿਆਈ ਜਿਹੜੀ ਸੀ ਨਹੀਂ ਸਹਾਰੀ। ਕ੍ਰੋਧ ਕਰਿਓ ਦੇਖਤ ਭਏ, ਸਤਿਗੁਰੂ ਜੀ ਮਹਾਰਾਜ ਕ੍ਰੋਧ ਕਰਿਓ ਦੇਖਤ ਪਏ, ਵੀ ਰਸ ਵਿੱਚ ਆਏ ਹਨ। ਇਹ ਸਾਰਾ ਕੁਝ ਦੇਖ ਕੇ ਜਬੈ ਸਵਾਨ ਮਿਰਤ ਪਾਏ, ਜਦੋਂ ਇਹ ਪਿਆਰਾ ਗੁਰੂ ਸਾਹਿਬ ਜੀ ਦਾ ਕੂਕਰ ਮਹਾਰਾਜ ਦੀ ਰਜਾ ਦੇ ਵਿੱਚ, ਉਹਨੇ ਦਹੀਂ ਤਾਂ ਖਾਧਾ, ਪਰ ਇਹਨੇ ਗੁਰੂ ਦੀ ਰਜਾ ਵਿੱਚ ਰਹਿ ਕੇ ਪ੍ਰਾਣ ਦਿੱਤੇ ਨੇ। ਇਹ ਦੇਖ ਕੇ ਸਤਿਗੁਰੂ ਜੀ ਨੇ ਇਸ ਤੇ ਬਹੁਤਾ ਗੁੱਸਾ ਕੀਤਾ ਹੈ। ਕਬਿਤ ਜੈਸੋ ਦੁਖ ਪਾਇਓ ਸਵਾਨ ਦ੍ਰੋਜਨ ਮਹਾਨ ਦੇਜੋ, ਜਿਸ ਤਰ੍ਹਾਂ ਇਸ ਸਵਾਨ ਨੇ ਦੁੱਖ ਪਾਇਆ ਸੀ, ਇਹ ਤਾਂ ਬਾਹਰ ਸਰੀਰ ਦਾ ਦੁੱਖ ਸੀ ਨਾ,
ਅੰਤਰ ਆਤਮੇ ਕਰਕੇ ਤਾਂ ਉਹ ਸੁਖੀ ਸੀ। ਜਿਹੜਾ ਰਜਾ ਨੂੰ ਮੰਨਦਾ ਹੋਇਆ ਭਾਣੇ ਵਿੱਚ ਸਰੀਰ ਛੱਡ ਗਿਆ, ਹੁਣ ਬਾਹਰਲਾ ਜਿਹੜਾ ਸਰੀਰ ਦਾ ਦੁੱਖ ਉਹਨੇ ਕੂਕਰ ਨੇ ਪਾਇਆ ਸੀ। ਸਵਾਨ ਦੁਰਜਨ ਮਹਾਨ ਦਿਜ, ਇਸੇ ਤਰ੍ਹਾਂ ਦਾ ਦੁੱਖ ਜਿਹੜਾ ਸੀ ਇਸ ਦਿਜ ਨੂੰ, ਜਿਹੜਾ ਦੁਸ਼ਟ ਬ੍ਰਾਹਮਣ ਖਡਾਵਾ ਸੀ, ਉਸ ਨੂੰ ਮਿਲਿਆ। ਭਇਓ ਪ੍ਰਾਣ ਹਾਨੇ ਅਬ ਹੀਰਤ ਅਗਾਰੀ ਤੋਹੇ। ਗੁਰਦੇਵ ਨੇ ਦੇਖਿਆ ਕਿ ਭਇਓ ਪ੍ਰਾਣ ਹਾਨ ਅਬ ਹੀਰਤ ਅਗਾਰੀ ਤੋਹੇ। ਮਹਾਰਾਜ ਕਹਿਣ ਲੱਗੇ ਵੀਰ ਰਸ ਵਿੱਚ ਆ ਕੇ, ਕਿਉਂਕਿ ਆਪਣਿਆਂ ਨਾਲ ਪਿਆਰ ਹੈ, ਜਿਹੜੇ ਗੁਰੂ ਦੇ ਕੋਲ ਰਹਿੰਦੇ ਸਨ। ਮਹਾਰਾਜ ਇਸ ਦੁਸ਼ਟ ਵੱਲ ਦੇਖ ਕੇ ਕਹਿੰਦੇ ਨੇ ਭਇਓ ਪ੍ਰਾਣ ਹਾਨ ਅਬ ਹੀਰਤ ਅਗਾਰੀ ਤੋਹੇ। ਜਿਸ ਤਰ੍ਹਾਂ ਇਹ ਕੂਕਰ ਨੇ ਆਪਣੇ ਪ੍ਰਾਣ ਤੇਰੇ ਅੱਗੇ ਦਿੱਤੇ ਹਨ, ਤੈਸੇ ਪਾਏ ਸੰਕਟ ਵਿਸਾਲ ਤਤਕਾਲ ਫਲ। ਇਸੇ ਤਰ੍ਹਾਂ ਦਾ ਸੰਕਟ ਜਿਹੜਾ ਤੂੰ ਪ੍ਰਾਪਤ ਕਰੇਗਾ, ਤਤਕਾਲ ਫਲ, ਤਤਕਾਲ ਇਸੇ ਸਮੇਂ ਹੀ ਇਹਦਾ ਫਲ ਤੈਨੂੰ ਇਹਦਾ ਮਿਲੇਗਾ। ਮੂਰਖ ਅਜਾਣ ਜਾਣ ਤੇਰੋ ਤਨ ਨਾਸ਼ ਹੋਏ। ਐ ਮੂਰਖਾ, ਜਾਣ ਲੈ ਤੇਰਾ ਜਿਹੜਾ ਸਰੀਰ ਇਸੇ ਤਰ੍ਹਾਂ ਇੱਥੇ ਖਤਮ ਹੋਵੇਗਾ। ਐਸੇ ਗੁਰ ਬੈਣ ਭਣੇ ਸੁਨੇ ਸਰੋਣ ਮੂੜ ਬ੍ਰਿਪ। ਇਸ ਤਰ੍ਹਾਂ ਦਾ ਬਚਨ ਸਤਿਗੁਰੂ ਜੀ ਨੇ ਬੀਰ ਰਸ ਵਿੱਚ ਆ ਕੇ ਕਿਹਾ, ਤੇ ਜਦੋਂ ਮੂਰਖ ਇਸ ਨੇ ਸੁਣੇ ਹਨ ਖਡਾਵੇ ਨੇ, ਉਠਿਓ ਸੂਲ ਤੇਹੀ ਛਿਨੰਗਰਿਓ ਪਧਾਰ ਭਇਓ ਮੋਹੇ। ਬਸ ਉਸੇ ਸਮੇਂ ਦੇ ਪੇਟ ਵਿੱਚ ਸੂਲ ਉੱਠੀ ਹੈ। ਸੂਲ ਉੱਠਣ ਦੇ ਨਾਲ ਜਿਹੜਾ ਸੀ ਧਰਤੀ ਤੇ ਡਿੱਗਾ ਹੈ, ਕਿਉਂਕਿ ਜਿਹੜਾ ਦੁੱਖ ਇਹਨੇ ਕੂਕਰ ਦੇ ਤਾਈਂ ਦਿੱਤਾ ਸਰੀਰ ਦਾ, ਉਹੀ ਦੁੱਖ ਇਹਨੇ ਪ੍ਰਾਪਤ ਕੀਤਾ। ਇਹ ਕਰ ਕਰੇ ਸੋ ਇਹ ਕਰ ਪਾਏ। ਕਈ ਵਾਰੀ ਫਲ ਉਹਦਾ ਉਸੇ ਵਕਤ ਮਿਲ ਜਾਂਦਾ ਹੈ, ਕਈ ਵਾਰੀ ਸਮਾਂ ਲੱਗਦਾ ਹੈ। ਪਰ ਜਦੋਂ ਸਮਾਂ ਲੱਗਦਾ ਫਿਰ ਲੋਕੀ ਆਪਣੇ ਹਿਸਾਬ ਨਾਲ ਸੋਚਦੇ ਨੇ ਕਿ ਇਹਨੂੰ ਇਹਦੇ ਕਰਮਾਂ ਦਾ ਫਲ ਮਿਲਿਆ ਕਿਉਂ ਨਹੀਂ। ਪਰ ਹੋ ਸਕਦਾ ਕਿ ਪਹਿਲੇ ਪੁੰਨਾਂ ਦਾ ਫਲ ਹੋਵੇ ਤਾਂ ਨਹੀਂ ਮਿਲ ਰਿਹਾ। ਬਾਕੀ ਜੋ ਕਰਮ ਜੀਵ ਕਰਦਾ ਹੈ ਉਹ ਬੀਜ ਹੈ, ਸਰੀਰ ਧਰਤੀ ਹੈ। ਜੋ ਬੀਜ ਬੀਜਿਆ ਵੱਢਣਾ ਤੇ ਪਵੇਗਾ। ਸੋ ਉਸ ਵੇਲੇ ਇਹਨੂੰ ਇਹਦੇ ਕੀਤੇ ਕਰਮਾਂ ਦਾ ਫਲ ਉਸੇ ਵਕਤ ਮਿਲਿਆ। ਤਤਕਾਲ ਇਹਦੇ ਪੇਟ ਵਿੱਚ ਸੂਲ ਉੱਠੀ ਹੈ। ਲਿਟਤ ਕਰਤ ਹਾਏ ਹਾਏ ਨਾ ਸਹਾਏ ਅਬ। ਧਰਤੀ ਤੇ ਲੇਟ ਗਿਆ, ਹਾਏ ਹਾਏ ਕਰਦਾ ਹੈ। ਆਪਣੀ ਪੀੜਾ ਸਹਾਰੀ ਨਹੀਂ ਜਾਂਦੀ, ਕਿਉਂਕਿ ਦੁੱਖ ਦੂਜਿਆਂ ਨੂੰ ਦੇਣਾ, ਦੇਖ ਕੇ ਖੁਸ਼ ਹੋਣਾ। ਪਰ ਹੁਣ ਦੂਜਿਆਂ ਦੀ ਪੀੜ ਤਾਂ ਉਹੀ ਬਰਦਾਸ਼ਤ ਕਰ ਸਕਦਾ ਹੈ ਜਿਹਦੇ ਅੰਦਰ ਧਰਮ ਹੋਵੇ, ਤੇ ਧਰਮੀ ਹੀ ਦੂਜਿਆਂ ਦੇ ਪੀੜ ਨੂੰ, ਦਰਦ ਨੂੰ ਬਰਦਾਸ਼ਤ ਕਰਦੇ ਨੇ। ਸੋ ਕਿਆ ਜਾਣੇ ਪੀਰ ਪਰਾਈ, ਜਾ ਕੇ ਅੰਦਰ ਦਰਦ ਨਾ ਪਾਈ। ਜਿਹਦੇ ਅੰਦਰ ਪਰਾਈ ਦੀ ਦਰਦ ਹੀ ਹੈ ਨਹੀਂ, ਉਹ ਕਿਸੇ ਦੇ ਦਰਦ ਨੂੰ ਕੀ ਸਮਝ ਸਕਦਾ ਹੈ। ਪਰ ਜਦੋਂ ਉਹ ਦੁੱਖ ਆਪਣੇ ਸਰੀਰ ਤੇ ਆਉਂਦਾ ਹੈ, ਫਿਰ ਬੰਦਾ ਹਾਏ ਹਾਏ ਕਰਦਾ ਹੈ। ਗੁਰਦੇਵ ਦਾ ਪਾਵਨ ਫਰਮਾਨ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਣ ਮਾਧਾਣੀਆਂ ਤੋਂ ਮੱਥੇ ਧਰਮ ਰਾਏ। ਤੇ ਉਸ ਵੇਲੇ ਇਹਦੇ ਪੇਟ ਵਿੱਚ ਸੂਲ ਉੱਠੀ ਹੈ, ਸਾਹਮਣੇ ਹੀ ਹਾਏ ਹਾਏ ਕਰਨ ਲੱਗਾ। ਗੁਰ ਸੰਗਤ ਜੀ ਇਕੱਲੇ ਤਵਾਰੀਖ ਦੇ ਪੰਨੇ ਨਹੀਂ ਕਹਿ ਰਹੇ, ਗੁਰੂ ਸਾਹਿਬ ਜੀ ਦੇ ਬਾਣੀ ਦੇ ਇਹ ਬਚਨ ਹਨ ਜਿਹੜੇ ਅੱਗੇ ਸ਼ਬਦ ਵਿੱਚ ਆ ਰਹੇ ਨੇ। ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਇਸ ਦੁਸ਼ਟ ਬ੍ਰਾਹਮਣ ਦੇ ਪੇਟ ਵਿੱਚ ਸੂਲ ਉੱਠੀ ਤੇ ਹਾਏ ਹਾਏ ਕਰਦਾ ਧਰਤੀ ਤੇ ਲਿਟ ਗਿਆ। ਭਰਿਓ ਅਰ ਰਾਏ ਦੁਖ ਪਾਏ ਜੋ ਧਰਤ ਦੋਹੇ। ਧਰਤੀ ਉੱਤੇ ਪਿਆ ਹੋਇਆ ਜੋ ਦੁੱਖ ਕੂਕਰ ਨੇ ਪਾਇਆ ਸੀ ਨਾ, ਇਹਨੇ ਅੱਖਾਂ ਸਾਹਮਣੇ ਦੇਖਿਆ ਸੀ, ਉਹੀ ਦੁੱਖ ਇਸ ਦੇ ਸਰੀਰ ਦੇ ਉੱਤੇ ਹੋਇਆ ਹੈ। ਏਕ ਘਟੀ ਸੂਲ ਭਇਓ ਸੰਕਟ ਵਿਸਾਲ ਦਿਓ। ਵੱਡਾ ਸੰਕਟ ਇਹਦੇ ਸਰੀਰ ਦੇ ਉੱਤੇ ਆਇਆ। ਇੱਕ ਘੜੀ ਇਹ ਉਸੇ ਤਰ੍ਹਾਂ ਤੜਫਦਾ ਰਿਹਾ ਜਿਸ ਤਰ੍ਹਾਂ ਕੂਕਰ ਸਤਿਗੁਰਾਂ ਦਾ ਤੜਫਿਆ ਸੀ। ਫੇਰ ਮਾਰ ਗਇਓ ਹੱਥ ਪਾਇਨ ਪਸਾਰ ਕਰ। ਆਪਣੇ ਹੱਥ ਪੈਰ ਪਸਾਰ ਕੇ, ਤੇ ਜਿਸ ਤਰ੍ਹਾਂ ਕੂਕਰ ਮਰਿਆ ਸੀ ਉਸੇ ਤਰ੍ਹਾਂ ਇਹ ਜਿਹੜਾ ਦੁਸ਼ਟ ਬ੍ਰਾਹਮਣ ਮਰਿਆ। ਭਾਵੇਂ ਬਾਅਦ ਵਿੱਚ ਇਹਨੂੰ ਜੀਵਨਦਾਨ ਸਤਿਗੁਰੂ ਦੇਣਗੇ ਵੀ, ਪਰ ਜਿਹਦੇ ਮੌਤ ਦਾ ਜ਼ਿਕਰ ਸਤਿਗੁਰਾਂ ਨੇ ਬਾਣੀ 'ਚ ਕੀਤਾ, ਇਹਦੀ ਮੌਤ ਹੋਈ। ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ, ਪੇਟ ਵਿੱਚ ਸੂਲ ਉੱਠੀ। ਜਿਸ ਤਰ੍ਹਾਂ ਕੂਕਰ ਤੜਫ ਤੜਫ ਮਰਿਆ, ਇਸੇ ਤਰ੍ਹਾਂ ਆਪਣੇ ਹੱਥ ਪੈਰ ਪਸਾਰ ਕੇ ਜਿਹੜਾ ਸੀ ਉਹ ਪੈ ਗਿਆ। ਇਸ ਤਰ੍ਹਾਂ ਇਹਦੀ ਮੌਤ ਵੀ ਹੋਈ। ਪਰ ਬਾਅਦ ਵਿੱਚ ਮਾਤਾ ਗੰਗਾ ਜੀ ਦੇ ਕਹਿਣ ਦੇ ਉੱਤੇ ਅਤੇ ਇਹਦਾ ਪਾਪ ਜਿਹੜਾ ਸੀ ਉਹ ਸਾਹਮਣੇ ਲਿਆਉਣ ਵਾਸਤੇ ਸਤਿਗੁਰੂ ਜੀ ਨੇ ਇਹਨੂੰ ਜੀਵਨ ਦਾਨ ਦਿੱਤਾ ਹੈ। ਪਰ ਇਹ ਬਾਣੀ ਦਾ ਫਰਮਾਨ ਹੈ ਨਾ ਕਿ ਸਤਿਗੁਰ ਮੇਰਾ ਮਾਰ ਜੀ ਵੱਲ ਹੈ, ਮੇਰੇ ਗੁਰੂ ਵਿੱਚ ਇਹ ਸਮਰੱਥਾ ਹੈ। ਤੇ ਇਹਦੇ ਅਖਰੀ ਅਰਥ ਇਹੋ ਹਨ ਕਿ ਗੁਰੂ ਮਾਰ ਵੀ ਸਕਦਾ ਹੈ ਤੇ ਗੁਰੂ ਜੀਵਨ ਦਾਨ ਵੀ ਦੇ ਸਕਦਾ ਹੈ। ਰਹਿੰਦੀ ਵਿਚਾਰ ਆਪਾਂ ਪ੍ਰਸੰਗ ਦੀ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਨਿਯਤ ਕੀਤਾ ਸਮਾਂ ਸਮਾਪਤੀ ਵੱਲ ਆ ਚੁੱਕਿਆ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਜੀ, ਅੱਗੇ ਵਾਸਤੇ ਅਸੀਸ ਦੇਣੀ ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਉਪਦੇਸ਼ ਬਖਸ਼ਿਆ ਹੈ। ਅਰਦਾਸ ਕਰੀ ਗੁਰੂ ਚਰਨਾਂ ਵਿੱਚ,
ਗੁਰੂ ਜੀ ਦਾ ਦਿੱਤਾ ਉਪਦੇਸ਼ ਸਾਡੇ ਹਿਰਦਿਆਂ 'ਚ ਵਸ ਜਾਵੇ। ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਣ। ਆਓ ਗੁਰ ਸੰਗਤ ਜੀ ਦੋ ਪੰਕਤੀਆਂ ਅਖੀਰਲੀਆਂ ਸਰਵਣ ਕਰੀਏ। ਇੱਥੇ ਸਮਾਪਤੀ ਹੈ ਜੀ। ਐਸੇ ਗੁਰ ਬੈਣ ਭਣੇ ਸੁਨੇ ਸ਼੍ਰੋਣ ਮੂੜ ਬਿਪਰ। ਉਠਿਓ ਸੂਲ ਦੇਹੀ ਛਿਨ ਗਰਿਓ ਧਾਰ ਭਇਓ ਮੋਹੇ। ਲੇਟਤ ਕਰਤ ਹਾਏ ਹਾਏ ਨਾ ਸਹਾਏ ਅਬ। ਭਰਿਓ ਅਰ ਰਾਏ ਦੁਖ ਪਾਏ ਜੋ ਧਰਤ ਦ੍ਰੋਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।